ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਨਿਤਾ ਪ੍ਰਤੀ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਪਾਵਨ ਅਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਪਾਵਨ ਬਾਣੀ, ਆਪਣੇ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਤਿਸ ਕੁਰਬਾਣੀ ਜਿਨ ਤੂੰ ਸੁਣਿਆ, ਤਿਸ ਬਲਿਹਾਰੀ ਜਿਨ ਰਸਨਾ ਪੜਿਆ। ਵਾਰ ਵਾਰ ਜਾਈ ਤਿਸ ਵਿਟੋ, ਜੋ ਮਨ ਤਨ ਤੁਧ ਅਰਾਧੇ ਜੀਓ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਮਾਝ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 102 ਦੇ ਉੱਪਰ ਸੁਭਾਈਮਾਨ ਹੈ। ਅੱਜ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਜੋ ਗੁਰੂ ਬਾਬਾ ਜੀ ਨੇ ਉਪਦੇਸ਼, ਜੋ ਸਿੱਖਿਆ ਸਾਡੀ ਝੋਲੀ ਵਿੱਚ ਪਾਈ ਹੈ, ਉਹਦੇ ਰਾਹੀਂ ਸਤਿਗੁਰੂ ਜੀ ਗੁਰਮੁਖ ਜਨਾਂ ਦੀ ਬਾਤ ਕਰ ਰਹੇ, ਗੁਰਮੁਖ ਪਿਆਰਿਆਂ ਦੀ ਬਾਤ ਕਰ ਰਹੇ ਔਰ ਉਹਨਾਂ ਦੇ ਜੀਵਨ ਅੰਦਰਲੀ ਜੋ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਪ੍ਰਤੀ ਪ੍ਰੇਮ ਭਾਵਨਾ ਹੈ, ਉਸ ਪ੍ਰੇਮ ਭਾਵਨਾ ਦਾ ਪ੍ਰਗਟਾਵਾ ਕੀਤਾ।
ਔਰ ਰੱਬੀ ਪ੍ਰੇਮ ਦੇ ਸਦਕਾ, ਪਿਆਰ ਸਦਕਾ ਕਿਵੇਂ ਬਖਸ਼ਿਸ਼ਾਂ ਨੇ, ਰਹਿਮਤਾਂ ਨੇ ਜਿਹੜੀਆਂ ਜੀਵ ਹਾਸਲ ਕਰਦੇ ਨੇ। ਜਦੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਤੇ ਪਾਵਨ ਬਾਣੀ ਦੇ ਰਾਹੀਂ ਸਤਿਗੁਰੂ ਜੀ ਇੱਕ ਬਚਨ ਬਖਸ਼ਦੇ, ਜਿੱਥੇ ਮਾਲਕ ਜੀ ਜ਼ਿਕਰ ਕਰਦੇ ਆ, ਆਖਦੇ ਵੀ ਜਦੋਂ ਹਰੀ ਪਰਮਾਤਮਾ ਪਰਮੇਸ਼ਵਰ ਹਿਰਦੇ ਦੇ ਅੰਦਰ ਵਸ ਜਾਂਦਾ ਹੈ, ਉਹਦੇ ਹਿਰਦੇ ਵਿੱਚ ਵਸ ਜਾਣ ਦੇ ਨਾਲ ਜੀਵ ਹਰ ਪਾਸੇ ਤੋਂ ਵਡਿਆਈ ਦਾ ਪਾਤਰ ਬਣ ਜਾਂਦਾ ਹੈ। ਔਰ ਹਰ ਪਾਸੇ ਤੋਂ ਵਡਿਆਈ ਦਾ ਪਾਤਰ ਬਣਿਆ, ਫਿਰ ਜਗਤ ਦੇ ਅੰਦਰ ਜਿੱਥੇ ਉਹਦੀ ਸ਼ੋਭਾ ਹੁੰਦੀ ਹੈ, ਜਗਤ ਅੰਦਰ ਜਿੱਥੇ ਉਹਦੀ ਵਡਿਆਈ ਹੁੰਦੀ ਹੈ, ਉੱਥੇ ਰੱਬੀ ਦਰ ਦੇ ਉੱਤੇ ਵੀ ਉਹ ਮਾਣ ਔਰ ਸਤਿਕਾਰ ਪਾਉਂਦਾ ਹੈ। ਜਿਹਨੂੰ ਸਤਿਗੁਰੂ ਜੀ ਪਾਵਨ ਬਚਨਾਂ ਰਾਹੀਂ ਪ੍ਰਗਟਾਉਂਦੇ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਫਿਰ ਹਰ ਪਾਸੇ ਤੋਂ ਵਡਿਆਈ ਹੈ, ਸ਼ੋਭਾ ਹੈ। ਔਰ ਅੱਜ ਦੇ ਜਿਹੜੇ ਪਾਵਨ ਬੋਲ ਨੇ, ਇਹਨਾਂ ਬੋਲਾਂ ਰਾਹੀਂ ਵੀ ਸਤਿਗੁਰੂ ਜੀ ਨੇ ਇਸੇ ਬਾਤ ਦਾ ਪ੍ਰਗਟਾਵਾ ਕੀਤਾ ਕਿ ਅਕਾਲ ਪੁਰਖ ਪਰਮੇਸ਼ਵਰ ਜੀਓ ਤਿਸ ਕੁਰਬਾਨੀ, ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ, ਜਾਂ ਮੈਂ ਉਹਨਾਂ ਤੋਂ ਬਲਿਹਾਰਨੇ ਜਾਣਾ, ਕੁਰਬਾਨ ਜਾਣਾ ਹਾਂ। ਕਿਹਨਾਂ ਤੋਂ? ਜਿਨ ਤੂੰ ਸੁਣਿਆ, ਜਿਨ੍ਹਾਂ ਨੇ ਤੈਨੂੰ ਸੁਣਿਆ, ਤਿਸ ਬਲਿਹਾਰੀ, ਫਿਰ ਉਹਨਾਂ ਤੋਂ ਬਲਿਹਾਰਨੇ ਹਾਂ, ਵਾਰਨੇ ਹਾਂ। ਜਿਨ ਰਸਨਾ ਭਣਿਆ, ਜਿਨ੍ਹਾਂ ਨੇ ਆਪਣੀ ਰਸਨਾ ਦੇ ਨਾਲ ਤੈਨੂੰ ਭਣਿਆ, ਭਣਿਆ ਮਤਲਬ ਜਪਣਾ, ਬੋਲਣਾ, ਆਰਾਧਨਾ। ਵਾਰ ਵਾਰ ਜਾਈ ਤਿਸ ਵਿਟੋਂ, ਮੈਂ ਉਹਨਾਂ ਤੋਂ ਕੁਰਬਾਨ ਜਾਣਾ ਹਾਂ, ਵਾਰਨੇ ਜਾਣਾ ਹਾਂ। ਜੋ ਮਨ ਤਨ ਤੁਧ ਆਰਾਧੇ ਜੀਓ, ਜਿਹੜੇ ਮਨ ਕਰਕੇ ਤੇ ਤਨ ਕਰਕੇ ਹੇ ਪਰਮੇਸ਼ਵਰ ਜੀਓ ਤੈਨੂੰ ਆਰਾਧਦੇ ਨੇ। ਜਾਂ ਇਉਂ ਕਹਿ ਲਈਏ, ਜਿਹੜੇ ਮਨ ਕਰਕੇ ਔਰ ਤਨ ਕਰਕੇ ਰੱਬ ਜੀ ਤੇਰੀ ਆਰਾਧਨਾ ਕਰਦੇ ਨੇ, ਮੈਂ ਉਹਨਾਂ ਤੋਂ ਵਾਰ-ਵਾਰ ਜਾਣਾ, ਕੁਰਬਾਨ ਜਾਣਾ, ਬਲਿਹਾਰ ਨਹੀਂ ਜਾਣਾ। ਇਸ ਤਰੀਕੇ ਅੱਜ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੁਰਮੁਖ ਜਨਾਂ ਦੀ ਵਡਿਆਈ ਕਰਦੇ ਨੇ, ਰੱਬੀ ਪਿਆਰਿਆਂ ਦੀ ਸ਼ੋਭਾ ਕਰਦੇ ਨੇ। ਹੁਣ ਅਕਾਲ ਪੁਰਖ ਪਰਮੇਸ਼ਵਰ ਨੂੰ ਸੁਣਨਾ ਔਰ ਰੱਬ ਜੀ ਨੂੰ ਭੰਨਣਾ, ਰੱਬ ਜੀ ਨੂੰ ਚੇਤੇ ਕਰਨਾ, ਯਾਦ ਕਰਨਾ, ਉਹਦੇ ਸਿਮਰਨ ਵਿੱਚ ਜੁੜਨਾ, ਉਹਦੇ ਚਿੰਤਨ ਵਿੱਚ ਜੁੜਨਾ। ਜਦੋਂ ਆਪਾਂ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਾਂ ਤੇ ਉਹਨਾਂ ਨੇ ਜ਼ਿਕਰ ਕਰਦਿਆਂ ਇੱਕ ਵਚਨ ਆਖਿਆ, ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਣਾ, ਉਹਨਾਂ ਸਿੱਖਾਂ ਤੋਂ ਅਸੀਂ ਵਾਰਨੇ ਜਾਂਦੇ ਹਾਂ, ਜਿਹੜੇ ਭਾਉ ਭਗਤ ਦੇ ਵਿੱਚ ਜੁੜ ਕੇ, ਪ੍ਰੇਮਾ ਭਗਤੀ ਅੰਦਰ ਜੁੜ ਕੇ ਤੇ ਨਿਤਾ ਪ੍ਰਤੀ ਅਕਾਲ ਪੁਰਖ ਪਰਮੇਸ਼ਵਰ ਜੀਓ ਤੁਹਾਡੇ ਜਾਪ ਨੂੰ ਜਪਦੇ ਨੇ। ਜਿਹੜੇ ਨਿਤਾ ਪ੍ਰਤੀ ਤੁਹਾਡੀ ਪ੍ਰੇਮਾ ਭਗਤੀ ਅੰਦਰ ਜੁੜ ਕੇ, ਤੁਹਾਡੇ ਪ੍ਰੇਮ ਭਾਵ ਵਿੱਚ ਜੁੜ ਕੇ ਤੇ ਤੁਹਾਨੂੰ ਚੇਤੇ ਕਰਦੇ ਨੇ, ਤੁਹਾਨੂੰ ਆਰਾਧਦੇ, ਤੁਹਾਨੂੰ ਯਾਦ ਕਰਦੇ ਹਾਂ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਣਾ। ਭਾਉ ਭਗਤ ਨਿਤ ਜਾਪ ਜਪੰਦੇ, ਜਿਹੜੇ ਨਿਤਾ ਪ੍ਰਤੀ ਭਾਉ ਭਗਤੀ ਵਿੱਚ, ਪ੍ਰੇਮਾ ਭਗਤੀ ਵਿੱਚ ਜੁੜ ਕੇ ਤੇ ਤੁਹਾਡੀ ਵਡਿਆਈ, ਤੁਹਾਡੀ ਸ਼ੋਭਾ ਨੂੰ ਕਰਦੇ ਨੇ। ਜਦੋਂ
ਆਪਾਂ ਸਮਾਜਿਕ ਤੌਰ ਉੱਤੇ ਵੇਖਦੇ ਹਾਂ ਤੇ ਜੀਵ ਬੇਅੰਤ ਤਰ੍ਹਾਂ ਦੇ ਕਾਰ ਵਿਹਾਰ ਕਰਦਾ ਹੈ, ਕਈ ਤਰ੍ਹਾਂ ਦੇ ਕਾਰ ਵਿਹਾਰ ਕਰਦਾ, ਔਰ ਅਕਸਰ ਕਦੇ ਇਸ ਚੀਜ਼ ਨੂੰ ਅਨੁਭਵ ਕਰੀਏ ਨਾ ਤੇ ਇਹ ਬਾਤ ਸਾਹਮਣੇ ਆਉਂਦੀ ਕਿ ਹਰ ਤਰ੍ਹਾਂ ਦਾ ਕਰਮ ਚੇਤੇ ਰਹਿ ਜਾਂਦਾ ਜੀਵ ਨੂੰ, ਵੀ ਮੈਂ ਅੱਜ ਸਾਰੇ ਦਿਨ ਵਿੱਚ ਇਹ ਕਾਰਜ ਇਹ ਵਿਹਾਰ ਕਰਨੇ ਨੇ। ਪਰ ਉਹਨਾਂ ਕਰਮਾਂ ਨੂੰ ਕਰਦਿਆਂ ਹੋਇਆਂ ਜਾਂ ਉਹਨਾਂ ਕਰਮ ਨੂੰ ਕਰਨ ਦੇ ਨਾਲ ਨਾਲ ਜੀਵ ਸ਼ਾਇਦ ਕਦੇ ਇਹ ਖਿਆਲ ਨਹੀਂ ਕਰਦਾ ਵੀ ਜਿੱਥੇ ਮੈਂ ਸੰਸਾਰਿਕ ਵਿਹਾਰ ਸਾਰੇ ਕਰਨੇ ਜਾਂ ਕਾਰ ਕਰਨੀ ਹੈ, ਉੱਥੇ ਮੈਂ ਅਕਾਲ ਪੁਰਖ ਪਰਮੇਸ਼ਵਰ ਦੇ ਚਿੰਤਨ ਵਿੱਚ ਵੀ ਜੁੜਨਾ। ਸਾਰੇ ਕਾਰਜ ਪਹਿਲੋਂ, ਸਾਰੇ ਵਿਹਾਰ ਪਹਿਲੋਂ, ਪਰਮੇਸ਼ਵਰ ਦੇ ਚਿੰਤਨ ਨੂੰ ਇਹ ਬਾਅਦ ਵਿੱਚ ਰੱਖ ਦਿੰਦਾ ਹੈ। ਜਾਂ ਇਉਂ ਕਹਿ ਲਈਏ, ਜਦੋਂ ਕਾਰ ਵਿਹਾਰ ਕਰਦਾ ਹੈ ਤੇ ਕਾਰ ਵਿਹਾਰ ਚੇਤੇ ਨੇ, ਹਰ ਕਰਮ ਚੇਤੇ ਹੈ, ਨਿਭਾਈ ਜਾਣ ਵਾਲੀ ਹਰ ਜ਼ਿੰਮੇਵਾਰੀ ਚੇਤੇ ਹੈ, ਪਰ ਮਨੁੱਖ ਹੋਣ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਇਹ ਮੁਨਕਰ ਹੋ ਜਾਂਦਾ। ਜਿਵੇਂ ਆਪਣੇ ਦਿਨ ਦੀ ਸਾਰੀ ਰੂਟੀਨ ਇਹਨੇ ਤਿਆਰ ਕੀਤੀ, ਰੂਟੀਨ ਇਹਨੇ ਬਣਾਈ ਵੀ ਅੱਜ ਦਾ ਸਾਰਾ ਸਕੈਜੂਲ ਆਹ ਹੈ, ਮੈਂ ਆਹ ਕੁਝ ਕਰਨਾ ਹੈ, ਪਰ ਉਹਦੇ ਅੰਦਰ ਕਿਤੇ ਵੀ ਇਹ ਨਹੀਂ ਵੀ ਮੈਂ ਅਕਾਲ ਪੁਰਖ ਪਰਮੇਸ਼ਵਰ ਦਾ ਚਿੰਤਨ ਵੀ ਕਰਨਾ, ਰੱਬੀ ਪ੍ਰੇਮ ਵਿੱਚ ਵੀ ਜੁੜ ਕੇ ਬੈਠਣਾ, ਚਾਹੇ ਘੜੀ ਵਾਸਤੇ ਬੈਠਾਂ, 2 ਘੜੀਆਂ ਵਾਸਤੇ ਬੈਠਾਂ ਜਾਂ ਅੱਧੀ ਘੜੀ ਵਾਸਤੇ ਬੈਠਾਂ, ਮੈਂ ਅਕਾਲ ਪੁਰਖ ਪਰਮੇਸ਼ਵਰ ਦੀ ਯਾਦ ਵਿੱਚ ਵੀ ਜੁੜਨਾ। ਜਦੋਂ ਭੁੱਲਿਆ ਰੱਬੀ ਚਿੰਤਨ ਭੁੱਲਿਆ, ਜਦੋਂ ਭੁੱਲਿਆ ਅਕਾਲ ਪੁਰਖ ਪਰਮੇਸ਼ਵਰ ਦੀ ਯਾਦ ਵਿੱਚ ਜੁੜਨਾ ਭੁੱਲਿਆ, ਸੰਸਾਰਿਕ ਵਿਹਾਰ ਨਹੀਂ ਵਿਸਰਦਾ, ਸੰਸਾਰਿਕ ਕਾਰ ਨਹੀਂ ਵਿਸਰਦਾ, ਹਰ ਕਰਮ ਚੇਤੇ ਹੈ, ਪਰ ਇਹਨੂੰ ਜਦੋਂ ਭੁੱਲਦਾ ਉਦੋਂ ਅਕਾਲ ਪੁਰਖ ਪਰਮੇਸ਼ਵਰ ਦਾ ਚਿੰਤਨ ਹੀ ਭੁੱਲਦਾ ਹੈ। ਔਰ ਜਦੋਂ ਤਿਆਗਣ ਦੀ ਵਾਰੀ ਆਉਂਦੀ ਹੈ ਤੇ ਉਦੋਂ ਸਭ ਤੋਂ ਪਹਿਲਾਂ ਤਿਆਗ ਵੀ ਇਹ ਪਰਮੇਸ਼ਵਰ ਦੀ ਯਾਦ ਦਾ, ਉਹਦੇ ਚਿੰਤਨ ਦਾ ਹੀ ਕਰਦਾ ਹੈ। ਜਿਵੇਂ ਕਿਤੇ ਵੀ ਜੋ ਆਮ ਰੂਟੀਨ ਹੈ ਉਹਦੇ ਅਨੁਸਾਰੀ ਇਹਨੇ ਨਾ ਕਰਮ ਕਰਨਾ ਹੋਵੇ, ਉਦੋਂ ਪਹਿਲਾਂ ਕਰਮ ਕਰਨਾ ਹੋਵੇ, ਉਸ ਤੋਂ ਪਹਿਲਾਂ ਕਰਮ ਕਰਨ ਦੇ ਲਈ ਜੇ ਕਿਤੇ ਇਹ ਅਕਾਲ ਪੁਰਖ ਪਰਮੇਸ਼ਵਰ ਦੇ ਚਿੰਤਨ ਵਿੱਚ ਜੁੜਦਾ ਹੈ ਜਾਂ ਰੱਬੀ ਯਾਦ ਵਿੱਚ ਉਹਦੇ ਸਿਮਰਨ ਵਿੱਚ ਜੁੜਦਾ ਹੈ ਕੁਝ ਪਲਾਂ ਵਾਸਤੇ, ਤੇ ਆਪਣਾ ਉਹ ਕਾਰ ਵਿਹਾਰ ਕਰਨ ਵਾਸਤੇ ਸਭ ਤੋਂ ਪਹਿਲਾਂ ਤਿਆਗ ਦਾ ਵੀ ਉਹ ਹੈ ਵੀ ਜਿਹੜਾ ਮੈਂ ਰੱਬੀ ਸਿਮਰਨ ਕਰਦਾ ਸਾਂ, ਚਿੰਤਨ ਕਰਦਾ ਸਾਂ, ਉਹਦਾ ਅੱਜ ਤਿਆਗ ਕਰਦਾ। ਅੱਜ ਮੈਂ ਆਪਣੇ ਇਸ ਵਿਹਾਰ ਨੂੰ, ਆਪਣੇ ਕਾਰਜ ਨੂੰ ਮੈਂ ਪੂਰਿਆਂ ਕਰਾਂ ਜਾਂ ਆਪਣਾ ਵਿਹਾਰ ਅੱਜ ਨਿਭਾਉਣਾ ਕਰਾਂ। ਇਸ ਤਰੀਕੇ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਨਾ ਹਾਂ, ਉਹਨਾਂ ਤੋਂ ਵਾਰਨੇ ਜਾਨਾ। ਹੇ ਪਰਮੇਸ਼ਵਰ ਜੀਓ, ਜਿਹੜੇ ਤੈਨੂੰ ਸੁਣਦੇ ਨੇ, ਜਿਨ੍ਹਾਂ ਨੇ ਤੈਨੂੰ ਸੁਣਿਆ ਮਨ ਕਰਕੇ, ਜਿਹੜੇ ਨਿਤਾ ਪ੍ਰਤੀ ਤੈਨੂੰ ਸੁਣਦੇ ਨੇ, ਔਰ ਉਹਨਾਂ ਤੋਂ ਮੈਂ ਕੁਰਬਾਨ ਜਾਨਾ ਹਾਂ, ਉਹਨਾਂ ਗੁਰਸਿੱਖਾਂ ਤੋਂ ਵਾਰਨੇ ਜਾਨਾ ਜਿਹੜੇ ਆਪਣੀ ਰਸਨਾ ਦੇ ਨਾਲ ਫਿਰ ਤੇਰੇ ਨਾਮ ਨੂੰ ਆਖਦੇ ਜਪਦੇ ਨੇ। ਔਰ ਜਿੱਥੇ ਉਹਨਾਂ ਤੋਂ ਕੁਰਬਾਨ ਸੁਣਨ ਵਾਲਿਆਂ ਤੋਂ ਵਾਰਨੇ, ਜਪਣ ਵਾਲਿਆਂ ਤੋਂ ਵਾਰਨੇ, ਉੱਥੇ ਨਾਲ ਮਾਲਕ ਕਹਿੰਦੇ, ਰੱਬ ਜੀ ਜਿਹੜੇ ਮਨ ਤੇ ਤਨ ਕਰਕੇ ਤੇਰੀ ਆਰਾਧਨਾ ਕਰਦੇ ਨੇ, ਮੈਂ ਉਹਨਾਂ ਗੁਰਸਿੱਖਾਂ ਤੋਂ ਵੀ ਵਾਰ-ਵਾਰ ਕੁਰਬਾਨ ਜਾਨਾ ਹਾਂ। ਦੇਖੋ, ਇੱਕ ਪਾਸੇ ਜਦੋਂ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਨੂੰ ਪੜ੍ਹਦੇ ਹਾਂ ਤੇ ਗੁਰੂ ਅਮਰਦਾਸ ਸਾਹਿਬ ਜੀ ਰਸਨਾ ਨੂੰ ਸੰਬੋਧਨ ਕਰਕੇ ਆਖਦੇ ਵੀ ਤੂੰ ਬੜੇ ਰਸ ਚੱਖ ਲਏ, ਪਰ ਰੱਬੀ ਰਸ ਤੋਂ ਬਿਨਾਂ ਤੇਰੀ ਪਿਆਸ ਮੁੱਕਣੀ ਨਹੀਂ। ਤੇ ਦੂਜੇ ਪਾਸੇ ਗੁਰੂ ਸਾਹਿਬ ਜੀ ਆਖਦੇ ਆ, ਕਹਿੰਦੇ ਸ਼ਰਵਣਾ ਨੂੰ ਜਦੋਂ ਸੰਬੋਧਨ ਕੀਤਾ ਤੇ ਆਖਿਆ, ਸੱਚ ਹੈ ਸੁਣਨੇ ਨੂੰ ਪਠਾਏ, ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣਿਆ ਮਨ ਤਨ ਹਰਿਆ ਹੋਵੇ। ਜਿਸ ਨੂੰ ਸੁਣਨ ਦੇ ਨਾਲ ਮਨ ਔਰ ਤਨ ਜਿਹੜਾ ਹਰਿਆ ਭਰਿਆ ਹੋ ਜਾਂਦਾ, ਜਿਸ ਨੂੰ ਸੁਣਨ ਦੇ ਨਾਲ ਮਨ ਤੇ ਤਨ ਜਿਹੜਾ ਖਿੜਾਓ ਵਿੱਚ ਆ ਜਾਂਦਾ, ਸ਼ਿੰਗਾਰ ਵਿੱਚ ਆ ਜਾਂਦਾ, ਉਹਨੂੰ ਸ਼ਰਵਣਾ ਨੂੰ ਸੰਬੋਧਨ ਕਰਕੇ ਆਖਿਆ ਵੀ ਉਸ ਪਰਮੇਸ਼ਵਰ ਜੀ ਕੀ ਵਡਿਆਈ ਨੂੰ, ਉਹਦੀ ਸ਼ੋਭਾ ਨੂੰ ਸੁਣੋ। ਤੇ ਰਸਨਾ ਨੂੰ ਆਖਿਆ ਵੀ ਤੇਰੀ ਪਿਆਸ ਜਿਹੜੀ ਹੈ ਬਹੁਤ ਹੈ, ਪਰ ਤੇਰੀ ਪਿਆਸ ਬੁੱਝਣ ਦਾ ਤਰੀਕਾ ਇੱਕੋ ਹੈ ਕਿ ਤੂੰ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਆਪਣੇ ਤੋਂ ਭਣਨ ਲੱਗ ਜਾਏ। ਜਿਸ ਦਿਨ ਰੱਬੀ ਨਾਮ ਦਾ ਰਸ ਆਪਣੇ ਤੋਂ ਚੱਖੇਂਗੀ,
ਉਸ ਦਿਨ ਜੀਵਨ ਵਿਚਲੀਆਂ ਸਾਰੀਆਂ ਪਿਆਸਾਂ ਮੁੱਕ ਜਾਣਗੀਆਂ, ਲਾਲਸਾਵਾਂ ਮੁੱਕ ਜਾਣਗੀਆਂ। ਰਸਨਾ ਨੂੰ ਸੰਬੋਧਨ ਕਰਕੇ ਆਖਿਆ। ਇਉਂ ਕਹਿ ਸਕਦੇ ਹਾਂ, ਜਿਹਨੂੰ ਭਾਈ ਗੁਰਦਾਸ ਜੀ ਨੇ ਵੀ ਬਾਣੀ ਵਿੱਚ ਜ਼ਿਕਰ ਕੀਤਾ। ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ੋਭਾ ਕਰਦਿਆਂ ਹੋਇਆਂ ਭੱਟ ਸਾਹਿਬਾਨ ਜ਼ਿਕਰ ਕਰਦੇ, ਜਦੋਂ ਭਗਤ ਬਾਣੀ ਪੜ੍ਹਦੇ ਹਾਂ ਤੇ ਭਗਤ ਬਾਣੀ ਦੇ ਰਾਹੀਂ ਵੀ ਸਤਿਗੁਰੂ ਜੀ ਸਾਡੇ ਸਨਮੁਖ ਗਿਆਨ ਰੱਖਦੇ। ਸਭ ਤੋਂ ਪਹਿਲਾਂ ਆਪਾਂ ਜਦੋਂ ਭੱਟ ਸਾਹਿਬਾਨ ਪੜ੍ਹਦੇ ਹਾਂ ਤੇ ਉਹਨਾਂ ਨੇ ਜ਼ਿਕਰ ਕਰਦੇ ਹਾਂ ਉਸ ਰਸਨਾ ਨੂੰ ਪਾਕ ਤੇ ਪਵਿੱਤਰ ਦੱਸਿਆ, ਜਿਹੜੀ ਰਸਨਾ ਨਿਤਾ ਪ੍ਰਤੀ ਗੁਰੂ ਅਮਰਦਾਸ ਜੀ ਕੇ ਗੁਣਾਂ ਨੂੰ ਗਾਉਂਦੀ ਹੈ। ਉਹਨਾਂ ਨੇ ਉਹ ਕੰਨ ਬੜੇ ਪਾਕ ਤੇ ਪਵਿੱਤਰ ਦੱਸੇ, ਜਿਹੜੇ ਕੰਨ ਨਿਤਾ ਪ੍ਰਤੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕੀ ਸ਼ੋਭਾ ਨੂੰ ਸੁਣਦੇ ਨੇ। ਉਹ ਚਰਨ, ਉਹ ਹੱਥ, ਉਹ ਪੈ, ਜਿਹੜੇ ਕਹਿ ਲਓ ਨੇਤਰ, ਸਾਰੀ ਸਰੀਰਕ ਇੰਦਰੀਆਂ ਦੀ ਬਾਤ ਕਰਦੇ ਹਾਂ, ਸੀਸ, ਹਿਰਦਾ, ਉਹ ਸਾਰੇ ਪਾਕ ਤੇ ਪਵਿੱਤਰ ਦੱਸੇ, ਜਿਨ੍ਹਾਂ ਨੇ ਧੰਨ ਗੁਰੂ ਅਮਰਦਾਸ ਜੀ ਕੀ ਓਟ ਤੇ ਆਸਰਾ ਤੱਕਿਆ। ਔਰ ਜਦੋਂ ਆਪਾਂ ਭਗਤ ਬਾਣੀ ਪੜ੍ਹਦੇ ਹਾਂ ਤੇ ਭਗਤ ਬਾਣੀ ਦੇ ਰਾਹੀਂ ਵੀ ਉਹ ਜ਼ਿਕਰ ਕਰਦੇ ਹਾਂ, ਭਗਤ ਸਾਹਿਬਾਨ ਆਪਣੀ ਰਸਨਾ ਦੇ ਨਾਲ ਪਰਮੇਸ਼ਵਰ ਨੂੰ ਆਰਾਧਨ ਦੀ ਤੇ ਆਪਣੀ ਰਸਨਾ ਦੇ ਨਾਲ ਰੱਬ ਜੀ ਨੂੰ ਚੇਤੇ ਕਰਨ ਦੀ ਬਾਤ ਕਰਦੇ, ਤੇ ਉਹ ਰਸਨਾ ਵੱਢ ਕੇ ਸੁੱਟਣ ਦੀ ਗੱਲ ਕਰਦੇ ਨੇ, ਜਿਹੜੀ ਰਸਨਾ ਅਕਾਲ ਪੁਰਖ ਪਰਮੇਸ਼ਵਰ ਦਾ ਚਿੰਤਨ ਨਹੀਂ ਕਰਦੀ। ਔਰ ਦੂਜੇ ਪਾਸੇ ਜਦੋਂ ਭਾਈ ਗੁਰਦਾਸ ਜੀ ਨੂੰ ਪੜ੍ਹਿਆ, ਉਹਨਾਂ ਵੀ ਜ਼ਿਕਰ ਕਰਦਿਆਂ ਹੋਇਆਂ ਆਖਿਆ ਕਿ ਉਹ ਸਾਰੇ ਦੇ ਸਾਰੇ ਪਾਕ ਸਰੀਰ ਦੇ ਅੰਗ ਪਵਿੱਤਰ ਨੇ, ਉਹ ਸਾਰੇ ਦਾ ਸਾਰਾ ਪਾਕ ਸਰੀਰ ਪਵਿੱਤਰ ਹੈ, ਜਿਸ ਕਾਇਆ ਨੇ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਚਿੰਤਨ, ਜਿਨ੍ਹਾਂ ਹੱਥਾਂ ਨੇ ਗੁਰੂ ਕੀ ਸੇਵਾ, ਜਿਹੜੇ ਪੈਰ ਗੁਰੂ ਕੇ ਮਾਰਗ ਤੇ ਚੱਲ ਕੇ ਗਏ, ਜਿਨ੍ਹਾਂ ਨੇਤਰਾਂ ਨੇ ਗੁਰੂ ਕੇ ਦਰਸ਼ਨ ਕੀਤੇ, ਤੇ ਜਿਨ੍ਹਾਂ ਕੰਨਾਂ ਨੇ ਧੰਨ ਗੁਰੂ ਪਾਤਸ਼ਾਹ ਜੀ ਕਾ ਜਸ ਸੁਣਿਆ, ਉਹ ਸਾਰੇ ਦਾ ਸਾਰਾ ਸਰੀਰ ਵੀ ਪਾਕ ਤੇ ਪਵਿੱਤਰ ਹੈ। ਔਰ ਜਿਹੜਾ ਜੀਵ, ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਅਕਾਲ ਪੁਰਖ ਜੀਓ ਤੁਹਾਡੇ ਚਿੰਤਨ ਵਿੱਚ ਜੁੜ ਜਾਂਦਾ ਹੈ, ਤੁਹਾਡੀ ਯਾਦ ਵਿੱਚ ਜੁੜ ਜਾਂਦਾ ਹੈ, ਅਸੀਂ ਉਹਦੇ ਤੋਂ ਵਾਰਨੇ ਤੇ ਕੁਰਬਾਨ ਜਾਂਦੇ ਹਾਂ। ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚੱਲੈ, ਨੈਣ ਨਿਹਾਲੀ ਤਿਸ ਪੁਰਖ ਦਇਆਲੈ, ਮਨ ਦੇਵਾ ਤਿਸ ਆਪਣੇ ਸਾਜਨ, ਜਿਨ ਗੁਰ ਮਿਲ ਸੋ ਪ੍ਰਭ ਲਾਦੇ ਜੀਓ। ਫਿਰ ਉਹਨਾਂ ਪਿਆਰਿਆਂ ਦੀ ਸੇਵਾ ਵਿੱਚ ਜੁੜਨਾ। ਇੱਕ ਭਗਤ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਹੈ, ਕਬੀਰ ਸੁਪਨੇ ਹੂੰ ਬੁਰੜਾਏ ਕੈ, ਜਿਹ ਮੁਖ ਨਿਕਸੈ ਰਾਮ, ਤਾਕੇ ਪੱਗ ਕੀ ਪਨ ਹੀ ਮੇਰੇ ਤਨ ਕੋ ਚਾਮ। ਜਾਂ ਜਦੋਂ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਤੇ ਉਹ ਕਹਿੰਦੇ, ਮੇਰੀ ਖੱਲੋਂ ਮੌਜੜੇ ਗੁਰ ਸਿੱਖ ਹੰਡਾਉਂਦੇ, ਤਿਸ ਚਰਨ ਪਖਾਲੀ। ਪਖਾਲੀ ਮਤਲਬ ਉਹਨਾਂ ਨੂੰ ਧੋਣਾ। ਚਰਨ ਧੋਣ ਤੋਂ ਭਾਵ ਸੇਵਾ ਵਿੱਚ ਜੁੜਨਾ। ਕਹਿੰਦੇ ਮੈਂ ਉਹਨਾਂ ਦੀ ਸੇਵਾ ਵਿੱਚ ਹਾਂ, ਜੋ ਤੇਰਾ ਮਾਰਗ ਚੱਲੈ। ਰੱਬ ਜੀ ਜਿਹੜੇ ਤੇਰੇ ਦਰਸਾਏ ਮਾਰਗ ਉੱਤੇ ਤੁਰਦੇ ਨੇ ਨਾ, ਜਿਹੜੇ ਤੇਰੇ ਘਰ ਵੱਲ ਨੂੰ ਜਾਂਦੇ ਰਾਹ ਉੱਤੇ ਤੁਰਦੇ ਨੇ, ਮੈਂ ਉਹਨਾਂ ਦੇ ਚਰਨ ਪਖਾਲਦਾ ਆ, ਉਹਨਾਂ ਦੀ ਸੇਵਾ ਵਿੱਚ ਤਤਪਰ ਆ, ਉਹਨਾਂ ਦੀ ਸੇਵਾ ਵਿੱਚ ਹਾਜ਼ਰ ਆ। ਨੈਣ ਨਿਹਾਲੀ ਤਿਸ ਪੁਰਖ ਦਿਆਲ ਹੈ, ਤੇ ਆਪਣੇ ਨੇਤਰਾਂ ਨਾਲ ਮੈਂ ਉਸ ਪੁਰਖ ਦੇ ਦਰਸ਼ਨ ਕਰਾਂ, ਉਹਨੂੰ ਨਿਹਾਲਾਂ, ਉਹਨੂੰ ਵੇਖਾਂ। ਮਨ ਦੇਵਾ ਤਿਸ ਅਪੁਨੇ ਸਾਜਨ, ਜਿਨ ਗੁਰ ਮਿਲ ਸੋ ਪ੍ਰਭ ਲਾਧੇ ਜੀਓ। ਕਹਿੰਦੇ ਮੈਂ ਆਪਣਾ ਮਨ ਵੀ ਆਪਣੇ ਉਸ ਸੱਜਣ ਨੂੰ ਦਿੰਨਾ, ਜਿਨਨੇ ਗੁਰੂ ਨੂੰ ਮਿਲ ਕੇ ਅਕਾਲ ਪੁਰਖ ਪਰਮੇਸ਼ਵਰ ਨੂੰ ਲੱਧ ਲਿਆ, ਅਕਾਲ ਪੁਰਖ ਪਰਮੇਸ਼ਵਰ ਨੂੰ ਪ੍ਰਾਪਤ ਕਰ ਲਿਆ। ਗੁਰਸਿੱਖਾਂ ਦੀ ਵਡਿਆਈ, ਜਿਵੇਂ ਆਪਾਂ ਪਿਛਲੇਰੇ ਦੀਵਾਨਾਂ ਵਿੱਚ ਪੜ੍ਹ ਕੇ ਆਏ ਸਾਂ ਪਾਵਨ ਬਚਨ,
ਜਿੱਥੇ ਮਾਲਕ ਪਾਤਸ਼ਾਹ ਜੀ ਜ਼ਿਕਰ ਕਰਦੇ ਆ, ਆਖਦੇ ਨੇ ਪਾਣੀ ਪੱਖਾ ਪੀਸੋਂ ਸੇਵਕ ਕੈ, ਠਾਕੁਰ ਹੀ ਕਾ ਆਹਰ ਜੀਓ। ਮੈਂ ਉਸ ਸੇਵਕ ਦੇ ਲਈ ਪਾਣੀ ਵੀ ਜਿਹੜਾ ਉਹ ਢੋਂਦਾ ਹਾਂ, ਪੱਖਾ ਵੀ ਫੇਰਦਾ ਹਾਂ, ਤੇ ਉਹਦੇ ਵਾਸਤੇ ਹਰ ਪ੍ਰਕਾਰ ਦਾ ਪੀਸਣ ਵੀ ਪੀਸਦਾ ਹਾਂ, ਤੇ ਉਹਦੇ ਲਈ ਇਹ ਸਾਰੇ ਕਰਮ ਕਰਨੇ। ਜਿੰਨਾ ਵੀ ਇਹ ਕਰਮ ਹੈ, ਚਾਹੇ ਉਹ ਪਾਣੀ ਢੋਣ ਦੀ ਬਾਤ ਹੈ, ਚਾਹੇ ਉਹ ਪੱਖਾ ਫੇਰਨ ਦੀ ਬਾਤ ਹੈ, ਜਾਂ ਉਹ ਪੀਸਣ ਦੀ ਬਾਤ ਹੈ, ਉਹ ਸਾਰੇ ਦਾ ਸਾਰਾ ਜਿਤਨਾ ਕਰਮ ਹੈ, ਮੈਨੂੰ ਇਉਂ ਲੱਗਦਾ ਕਿ ਜਿਵੇਂ ਮੈਂ ਅਕਾਲ ਪੁਰਖ ਪਰਮੇਸ਼ਵਰ ਦੀ ਸੇਵਾ ਕਮਾ ਰਿਹਾ, ਰੱਬੀ ਸੇਵਾ ਕਮਾ ਰਿਹਾ। ਇਸੇ ਲਈ ਜਦੋਂ ਆਪਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਜੀਵਨ ਪੜ੍ਹਦੇ ਆ ਨਾ, ਤੇ ਸਤਿਗੁਰੂ ਜੀ ਦੇ ਜੀਵਨ ਅੰਦਰ ਬੜੇ ਹੈਰਾਨੀਜਨਕ ਪੱਖ ਆਪਾਂ ਨੂੰ ਮਿਲਦੇ ਨੇ। ਜਿੰਨੀਆਂ ਸੰਗਤਾਂ ਚੱਲ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਤੇ ਦੀਦਾਰਾਂ ਵਾਸਤੇ ਆਉਂਦੀਆਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ, ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਘਰ ਵਿੱਚ ਗੁਰੂ ਨਾਨਕ ਦੇ ਦਰ ਉੱਤੇ ਸੰਗਤ ਨੂੰ ਆਇਆ ਹੋਇਆਂ ਨੂੰ ਬੜਾ ਅਦਬ ਤੇ ਸਤਿਕਾਰ ਮਿਲਦਾ। ਉਹ ਸਾਰੀਆਂ ਸੰਗਤਾਂ ਪ੍ਰੇਮ ਭਾਵ ਦੇ ਨਾਲ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਤੇ ਦੀਦਾਰ ਕਰਨ ਵਾਸਤੇ ਆਉਂਦੀਆਂ। ਹੁਣ ਉਹ ਜਿੰਨੀਆਂ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਨ ਵਾਸਤੇ, ਗੁਰੂ ਕੀ ਸੇਵਾ ਕਮਾਉਣ ਵਾਸਤੇ, ਉਹਨਾਂ ਦੀ ਵਡਿਆਈ ਜਦੋਂ ਇਤਿਹਾਸਕਾਰਾਂ ਜ਼ਿਕਰ ਕੀਤਾ ਨਾ, ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਹਨਾਂ ਦਾ ਇੰਨਾ ਅਦਬ ਤੇ ਸਤਿਕਾਰ ਕਰਦੇ, ਉਹਨਾਂ ਨੂੰ ਇੰਨਾ ਮਾਣ ਦਿੰਦੇ ਕਿ ਉਹਨਾਂ ਨੂੰ ਸੰਗਤਾਂ ਦੇ ਆਇਆਂ ਹੋਇਆਂ ਦੇ ਚਰਨਾਂ ਦੀ ਸੇਵਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਤੇ ਨਾਲ ਆਪਣੇ ਮਹਿਲ ਮਾਤਾ ਗੰਗਾ ਜੀ ਨੂੰ ਲੈ ਕੇ ਆਪ ਕਮਾਉਂਦੇ। ਉਹਨਾਂ ਦੇ ਚਰਨਾਂ ਨੂੰ ਸੇਵਾ ਰੂਪ ਵਜੋਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਨੀ, ਮੁੱਠੀ ਚਾਪੀ ਕਰਨੀ। ਇੱਥੋਂ ਤੱਕ ਕਵੀ ਜੀ ਇਤਿਹਾਸਕਾਰ ਜ਼ਿਕਰ ਕਰਦੇ ਆ, ਆਖਦੇ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਹਨਾਂ ਦੇ ਜੋੜਿਆਂ ਨੂੰ ਝਾੜਨ ਦੀ ਸੇਵਾ ਵੀ ਆਪ ਕਮਾਉਂਦੇ ਨੇ, ਜਿਹੜੇ ਨਿਤਾ ਪ੍ਰਤੀ ਚੱਲ ਕੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਬਾਰ ਵਿੱਚ ਦਰ ਉੱਤੇ ਆਉਂਦੇ ਨੇ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਹੀ ਪਾਵਨ ਬਚਨ ਹੈ, ਕਹਿੰਦੇ ਮੈਂ ਉਹਨਾਂ ਦੇ ਚਰਨ ਪਖਾਲਦਾ ਹਾਂ, ਉਹਨਾਂ ਦੀ ਸੇਵਾ ਵਿੱਚ ਜੁੜਦਾ ਹਾਂ। ਹੇ ਅਕਾਲ ਪੁਰਖ ਜੀਓ, ਜਿਹੜੇ ਤੇਰੇ ਮਾਰਗ ਦੇ ਉੱਤੇ ਚੱਲਦੇ ਨੇ, ਜਾਂ ਇਉਂ ਕਹਿ ਲਓ ਜਿਹੜੇ ਚਰਨ ਤੇਰੇ ਮਾਰਗ ਤੇ ਚੱਲਦੇ ਨੇ, ਸਤਿਗੁਰੂ ਜੀ ਮੈਂ ਉਹਨਾਂ ਚਰਨਾਂ ਦੀ ਸੇਵਾ ਕਰਦਾ। ਉਹ ਚਰਨ ਕਿਸੇ ਦੇ ਹੋਣ, ਪਰ ਮੈਂ ਉਹਨਾਂ ਚਰਨਾਂ ਦੀ ਸੇਵਾ ਕਰਦਾ ਜਿਹੜੇ ਚਰਨ ਤੇਰੇ ਮਾਰਗ ਉੱਤੇ ਚੱਲਦੇ ਨੇ, ਤੇ ਆਪਣੇ ਨੇਤਰਾਂ ਦੇ ਨਾਲ ਮੈਂ ਉਹਨਾਂ ਗੁਰਸਿੱਖਾਂ ਦੇ ਦਰਸ਼ਨ ਲੋਚਦਾ, ਆਪਣੇ ਨੇਤਰਾਂ ਦੇ ਨਾਲ ਉਹਨਾਂ ਗੁਰਸਿੱਖਾਂ ਨੂੰ ਵੇਖਣਾ ਲੋਚਦਾ ਹਾਂ। ਸਤਿਗੁਰੂ ਜੀਓ, ਜਿਹੜੇ ਗੁਰਮੁਖ ਭਲੇ ਜਨ ਨਿਤਾ ਪ੍ਰਤੀ ਆਪ ਜੀ ਦੇ ਦਰਸ਼ਨਾਂ ਨੂੰ, ਜਾਂ ਇਉਂ ਕਹਿ ਲਓ ਆਪ ਜੀ ਦੀ ਦਇਆ ਦੇ ਪਾਤਰ ਬਣ ਗਏ, ਜਿਨ੍ਹਾਂ ਨੇ ਆਪ ਜੀ ਕੀ ਰਹਿਮਤ ਨੂੰ ਹਾਸਲ ਕੀਤਾ। ਹੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਖਦੇ ਵੀ ਮੈਂ ਆਪਣੇ ਨੇਤਰਾਂ ਦੇ ਨਾਲ ਉਹਨਾਂ ਦੇ ਦਰਸ਼ਨ ਤੇ ਦੀਦਾਰ ਨਿਹਾਰਦਾ ਹਾਂ, ਔਰ ਨਾਲ ਆਖਿਆ ਕਿ ਮੈਂ ਆਪਣਾ ਮਨ ਤੇ ਤਨ ਉਹਨਾਂ ਅੱਗੇ ਅਰਪਣ ਕਰਦਾ। ਜਿਨ੍ਹਾਂ ਨੂੰ ਆਪਾਂ ਜਦੋਂ ਸਾਹਿਬ ਜੀ ਕੇ ਪਾਵਨ ਬਚਨ ਪੜ੍ਹਦੇ ਆ, ਤੇ ਪਾਵਨ ਬੋਲਾਂ ਦੇ ਰਾਹੀਂ ਵੀ ਮਾਲਕ ਜੀ ਜ਼ਿਕਰ ਕਰਦੇ ਆ, ਆਖਦੇ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਮੈਂ ਉਹਨਾਂ ਦੇ ਲਈ ਆਪਣਾ ਤਨ ਔਰ ਮਨ ਵੀ ਕੱਟ ਕੇ ਅਰਪਣ ਕਰਦਾ ਹਾਂ, ਇੱਥੋਂ ਤੱਕ ਕਿ ਆਪਾਂ ਅੱਗ ਵਿੱਚ ਸੜਵਾਉਣ ਵਾਸਤੇ ਵੀ ਤਿਆਰ ਹਾਂ, ਅਗਨੀ ਵਿੱਚ ਜਲਾਉਣ ਵਾਸਤੇ ਵੀ ਤਿਆਰ ਹਾਂ। ਪਰ ਜੇ ਕੋਈ ਰੱਬੀ ਪਿਆਰਾ ਅਕਾਲ ਪੁਰਖ ਪਰਮੇਸ਼ਵਰ ਜੀ ਨਾਲ ਮੇਰਾ ਵੀ ਮਿਲਾਪ ਕਰਵਾ ਦਏ। ਧੰਨ ਗੁਰੂ ਅਰਜਨ ਦੇਵ ਸਾਹਿਬ ਅੱਜ ਕਹਿੰਦੇ, ਮਨ ਦੇਵਾਂ ਤਿਸ ਅਪੁਨੈ ਸਾਜਨ। ਮੈਂ ਆਪਣੇ ਉਸ ਸੱਜਣ ਨੂੰ ਜਿਹੜਾ ਗੁਰੂ ਨੂੰ ਮਿਲਿਆ ਹੋਇਆ, ਗੁਰੂ ਦੇ ਦਰਸਾਏ ਮਾਰਗ ਤੇ ਚੱਲਣ ਵਾਲਾ, ਔਰ ਗੁਰੂ ਕੇ ਗਿਆਨ ਸਦਕਾ ਜਿਨਨੇ ਅਕਾਲ ਪੁਰਖ ਪਰਮੇਸ਼ਵਰ ਜੀ ਕਾ ਮਿਲਾਪ ਹਾਸਲ ਕੀਤਾ, ਕਹਿੰਦੇ ਮੈਂ ਆਪਣਾ ਮਨ ਵੀ ਉਹਦੇ ਅੱਗੇ, ਮਨ ਨੂੰ ਸਮਰਪਿਤ ਕਰ ਦੇਣਾ, ਮਤਲਬ ਆਪਾਂ ਭਾਵ ਅਰਪਣ ਕਰ ਦੇਣਾ। ਮਨ ਅੰਦਰ ਹੀ ਫੁਰਨਾ ਉਪਜਣਾ ਹੈ ਕਿ ਆਪਾਂ ਇਹਦੇ ਕੋਲ ਨਹੀਂ ਬਹਿਣਾ। ਮਨ ਅੰਦਰ ਹੀ ਫੁਰਨਾ ਉਪਜੇਗਾ ਕਿ ਇਹਦੇ ਅੱਗੇ ਆਪਾਂ ਸਮਰਪਿਤ ਨਹੀਂ ਕਰਨਾ।
ਜਦੋਂ ਮਨ ਹੀ ਅਰਪਣ ਕਰ ਦਿੱਤਾ ਤੇ ਫਿਰ ਕੋਈ ਵੀ ਚੀਜ਼ ਜਿਹੜੀ ਉਹ ਅਰਪਿਤ ਕਰਨ ਤੋਂ ਰਹਿ ਨਹੀਂ ਜਾਂਦੀ। ਮਨ ਕਰਕੇ ਹੀ ਤਨ ਨੇ ਕਰਮ ਕਰਨਾ, ਤਨ ਕਰਕੇ ਹੀ ਅਸੀਂ ਸਾਰੇ ਦੇ ਸਾਰੇ ਕਰਮ ਕਮਾਵਾਂਗੇ। ਮਨ ਨੇ ਕਮਾਂਡ ਦੇਣੀ, ਤਨ ਨੇ ਕਰਮ ਕਰਨਾ, ਤਨ ਨੇ ਕਰਮ ਕਮਾਉਣਾ। ਜਦੋਂ ਮਨ ਅਰਪਣ ਕਰ ਦਿੱਤਾ ਤੇ ਤਨ ਉਸੇ ਤਰ੍ਹਾਂ ਚੱਲੇਗਾ, ਫਿਰ ਜਿੱਦਾਂ ਮਨ ਆਖੇਗਾ। ਤੇ ਜਿਹਨੂੰ ਮਨ ਅਰਪਣ ਕੀਤਾ ਹੈ ਫਿਰ ਜਿਵੇਂ ਮਨ ਨੂੰ ਉਹ ਚਲਾਏਗਾ, ਮਨ ਉਵੇਂ ਚੱਲੇਗਾ। ਔਰ ਜਿਵੇਂ ਮਨ ਸਰੀਰ ਨੂੰ, ਕਾਇਆ ਨੂੰ ਚਲਾਏਗਾ, ਕਾਇਆ ਨੇ ਉਸੇ ਤਰ੍ਹਾਂ ਸੇਵਾ ਕਮਾਉਣੀ ਹੈ। ਤੇ ਸਾਹਿਬ ਕਹਿੰਦੇ ਮੈਂ ਆਪਣਾ ਮਨ ਉਹਨਾਂ ਅੱਗੇ ਸਮਰਪਿਤ ਕਰਦਾ ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਅਕਾਲ ਪੁਰਖ ਪਰਮੇਸ਼ਵਰ ਨਾਲ ਆਪਣੀ ਸਾਂਝ ਔਰ ਆਪਣਾ ਪ੍ਰੇਮ ਬਣਾਇਆ ਹੈ। ਸੇ ਵਡ ਭਾਗੀ ਜਿਨ ਤੁਮ ਜਾਣੇ, ਸਭ ਕੈ ਮਧੇ ਅਲਿਪਤ ਨਿਰਵਾਣੇ। ਸਾਧ ਕੈ ਸੰਗ ਉਨ ਭਉਜਲ ਤਰਿਆ, ਸਗਲ ਦੂਤ ਉਨ ਸਾਧੇ ਜੀਓ। ਚੰਗੇ ਭਾਗਾਂ ਵਾਲੇ ਨੇ ਉਹ ਜਿਨ ਤੁਮ ਜਾਣੇ। ਰੱਬ ਜੀ ਜਿਨ੍ਹਾਂ ਨੇ ਤੈਨੂੰ ਜਾਣ ਲਿਆ। ਔਰ ਸਾਡੀ ਮਤ ਜਾਂ ਸੰਸਾਰਕ ਨਜ਼ਰੀਆ ਜਿਹੜਾ ਹੈ, ਅਸੀਂ ਚੰਗੇ ਭਾਗਾਂ ਵਾਲੇ ਉਹਨਾਂ ਨੂੰ ਹੀ ਦੱਸੀ ਜਾਂਦੇ ਜਿਹੜੇ ਚਾਰ ਟਕੇ ਦੁਨੀਆਵੀ ਤੌਰ ਦੇ ਉੱਤੇ ਇਕੱਠੇ ਕਰਕੇ ਤੇ ਸੋਹਣਾ ਸਾਡੀਆਂ ਨਜ਼ਰਾਂ ਵਿੱਚ ਲੱਗਦਾ ਨਾ ਵੀ ਸਾਨੂੰ ਸੰਸਾਰਕ ਤੌਰ ਤੇ ਵੀ ਉਹਨਾਂ ਦਾ ਜੀਵਨ ਬੜਾ ਸੋਹਣਾ ਹੈ, ਬਹੁਤ ਖੁਸ਼ਹਾਲੀ ਭਰਿਆ ਜੀਵਨ ਗੁਜ਼ਾਰ ਰਹੇ। ਵੀ ਚਾਰ ਟਕੇ ਹਨ, ਕਿਸੇ ਤੋਂ ਕਿਸੇ ਦੀ ਵਸਤੂ ਦਾ ਮੁਹਤਾਜ ਨਹੀਂ ਜਾਂ ਕਿਸੇ ਵੀ ਮੁਹਤਾਜ਼ਗੀ ਦੀ ਉਹਨਾਂ ਨੂੰ ਲੋੜ ਨਹੀਂ ਹੈ। ਤੇ ਅਸੀਂ ਉਹਨਾਂ ਨੂੰ ਚੰਗੇ ਭਾਗਾਂ ਵਾਲੇ ਦੱਸੀ ਜਾਂਦੇ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਚੰਗੇ ਭਾਗਾਂ ਦੀ ਪਰਿਭਾਸ਼ਾ ਦਿੱਤੀ ਨਾ, ਤੇ ਸਤਿਗੁਰੂ ਜੀ ਬਾਣੀ ਰਾਹੀਂ ਵੀ ਪ੍ਰਗਟਾਉਂਦੇ। ਮਾਲਕ ਪਾਤਸ਼ਾਹ ਸਭ ਤੋਂ ਪਹਿਲਾਂ ਤੇ ਜ਼ਿਕਰ ਕਰਦੇ ਆਖਦੇ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਜਾਂ ਦੂਜੇ ਪਾਸੇ ਜ਼ਿਕਰ ਕੀਤਾ ਤੇ ਕਹਿੰਦੇ ਸਤਿਗੁਰ ਨੂੰ ਸਭ ਕੋ ਲੋਚਦਾ, ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ, ਬਿਨ ਭਾਗਾਂ ਦਰਸ਼ਨ ਨਾ ਥੀਐ, ਭਾਗਹੀਣ ਬਹਿ ਰੋਏ। ਚੰਗੇ ਭਾਗਾਂ ਵਾਲੇ ਗੁਰੂ ਕੇ ਨਜ਼ਰੀਏ ਵਿੱਚ ਕਿਹੜੇ ਨੇ? ਅੱਜ ਮਾਲਕ ਜੀ ਨੇ ਜ਼ਿਕਰ ਕੀਤਾ ਸੇ ਵਡ ਭਾਗੀ ਜਿਨ ਤੁਮ ਜਾਣੇ। ਰੱਬ ਜੀ ਜਿਨ੍ਹਾਂ ਨੇ ਤੈਨੂੰ ਜਾਣ ਲਿਆ ਉਹ ਚੰਗੇ ਭਾਗਾਂ ਵਾਲੇ, ਉਹ ਵੱਡ ਭਾਗੇ ਨੇ। ਉਹ ਵੱਡ ਭਾਗੇ ਨਹੀਂ ਜਿਨ੍ਹਾਂ ਨੂੰ ਅਸੀਂ ਸਮਝ ਰਹੇ ਹਾਂ, ਉਹ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਅਕਾਲ ਪੁਰਖ ਪਰਮੇਸ਼ਵਰ ਨੇ ਬਖਸ਼ਿਸ਼ ਕਰ, ਜਿਨ੍ਹਾਂ ਉੱਤੇ ਰਹਿਮਤ ਗੁਰੂ ਨੇ ਕਰਕੇ ਆਪਣੀ ਸੰਗਤ ਵਿੱਚ ਜੋੜਿਆ, ਜਿਨ੍ਹਾਂ ਉੱਤੇ ਬਖਸ਼ਿਸ਼ ਕਰਕੇ ਗੁਰੂ ਨੇ ਆਪਣੇ ਦਰਸ਼ਨ ਤੇ ਦੀਦਾਰ ਬਖਸ਼ਿਸ਼ ਕੀਤੇ। ਤੇ ਜਿਹੜੇ ਅਕਾਲ ਪੁਰਖ ਪਰਮੇਸ਼ਵਰ ਜੀ ਕੀ ਰਹਿਮਤ ਦੇ ਪਾਤਰ ਬਣਦਿਆਂ ਹੋਇਆਂ, ਰੱਬੀ ਬਖਸ਼ਿਸ਼ ਦੇ ਪਾਤਰ ਬਣਦਿਆਂ ਜਿਹੜੇ ਰੱਬ ਨਾਲ ਸਾਂਝ ਪਾ ਲੈਂਦੇ, ਗੁਰੂ ਅਰਜਨ ਸਾਹਿਬ ਕਹਿੰਦੇ ਉਦੋਂ ਵੱਡਿਆਂ ਭਾਗਾਂ ਵਾਲਾ ਕੋਈ ਨਹੀਂ ਹੈ। ਉਹ ਵੱਡ ਭਾਗੇ ਨੇ, ਉਹ ਚੰਗੇ ਨੇ ਜਿਨ੍ਹਾਂ ਨੇ ਆਪਣਾ ਆਪਾ ਅਕਾਲ ਪੁਰਖ ਪਰਮੇਸ਼ਵਰ ਨਾਲ ਜੋੜਦਿਆਂ ਹੋਇਆਂ ਸੰਸਾਰ ਤੋਂ ਆਪਣੇ ਆਪ ਨੂੰ ਉਪਰਾਮ ਤੇ ਨਿਰਲੇਪ ਕਰ ਲਿਆ। ਜਿਹੜੇ ਸੰਸਾਰ ਦੇ ਲੇਪਾਂ ਤੋਂ, ਸੰਸਾਰ ਦੇ ਲੇਸ਼ਾਂ ਤੋਂ ਨਿਰਲੇਪ ਹੋ ਗਏ, ਜਿਹੜੇ ਸੰਸਾਰ ਦੀ ਮਾਇਆ ਦੀ ਕਾਲਖ ਤੋਂ ਨਿਰਲੇਪ ਹੋ ਗਏ, ਸਤਿਗੁਰੂ ਆਖਦੇ ਉਹ ਵੱਡ ਭਾਗੇ ਚੰਗਿਆਂ ਭਾਗਾਂ ਵਾਲੇ ਨੇ। ਔਰ ਸਭ ਕੈ ਮੱਧ ਅਲਿਪਤ ਨਿਰਬਾਣੇ, ਸਾਰਿਆਂ ਵਿੱਚ ਰਹਿੰਦਿਆਂ ਹੋਇਆਂ ਅਲਿਪਤ ਜਿਹੜੇ ਬਣ ਗਏ, ਨਿਰਵਾਣ ਪਦ ਦੇ ਮਾਲਕ ਜਿਹੜੇ ਬਣ ਗਏ। ਸਤਿਗੁਰੂ ਕਹਿੰਦੇ ਉਹ ਜੀਵ, ਉਹ ਗੁਰਸਿੱਖ ਪਿਆਰੇ ਵੱਡਿਆਂ ਭਾਗਾਂ ਵਾਲੇ। ਸਾਧ ਕੈ ਸੰਗ ਉਨ ਭਉਜਲ ਤਰਿਆ, ਉਹਨਾਂ ਨੇ ਫਿਰ ਗੁਰੂ ਕਾ ਸੰਗ ਕਰਦਿਆਂ ਭਉਜਲ ਸਾਗਰ ਨੂੰ ਤਰ ਲਿਆ, ਜਾਂ ਉਹ ਭਉਜਲ ਸਾਗਰ ਪਾਰ ਲੰਘ ਗਏ। ਸਗਲ ਦੂਤ ਉਨ ਸਾਧੇ ਜੀਓ, ਉਹਨਾਂ ਨੇ ਆਪਣੇ ਜੀਵਨ ਵਿੱਚੋਂ ਸਾਰੇ ਦੇ ਸਾਰੇ ਦੂਤਾਂ ਨੂੰ ਸਾਧ ਲਿਆ। ਦੂਤ ਮਤਲਬ ਪੰਜੇ ਵਿਕਾਰ ਕਹਿ ਲਓ। ਅੱਗੋਂ ਉਹਨਾਂ ਵਿਕਾਰਾਂ ਦਾ ਜਿਹੜਾ ਅਗਾਂਹ ਪਰਿਵਾਰ, ਉਹਨਾਂ ਵਿਕਾਰਾਂ ਕਰਕੇ ਜੋ ਜੀਵ ਕਰਮ ਕਰਦਾ ਤੇ ਖੱਟਦਾ ਹੈ, ਉਹ ਸਾਰੇ ਦੇ ਸਾਰਿਆਂ ਦੇ ਉੱਤੇ ਉਹਨੇ ਆਪਣਾ ਆਪਾ ਜਿਹੜਾ ਕਾਬੂ ਕਰ ਲਿਆ। ਆਪਣੇ
ਜੀਵਨ ਅੰਦਰ ਉਹਨਾਂ ਦੂਤਾਂ ਨੂੰ ਸਾਧਦਿਆਂ ਹੋਇਆਂ ਜੀਵਨ ਸੋਹਣਾ ਬਣਾ ਲਿਆ, ਕਾਮ ਨੂੰ ਆਪਣੇ ਅਧੀਨ ਕਰ ਲਿਆ, ਕ੍ਰੋਧ ਆਪਣੇ ਵਸ ਵਿੱਚ ਆ ਗਿਆ, ਅਹੰਕਾਰ ਉੱਤੇ ਵੀ ਕਾਬੂ ਪਾ ਲਿਆ, ਮੋਹ ਔਰ ਲੋਭ ਜਿਹੜਾ ਹੈ ਇਹਨਾਂ ਨੂੰ ਵੀ ਆਪਣੇ ਅਧੀਨ ਕਰ ਲਿਆ। ਇੱਕ ਖਿਆਲ ਰੱਖੀਏ, ਜਦੋਂ ਆਪਾਂ ਅਕਾਲ ਪੁਰਖ ਪਰਮੇਸ਼ਵਰ ਜੀ ਕੀ ਸੰਸਾਰਕ ਬਣਤਰ ਦੀ ਬਾਤ ਕਰਦੇ ਹਾਂ, ਸਤਿਗੁਰੂ ਜੀ ਨੇ ਬਾਣੀ 'ਚ ਇੱਕ ਜ਼ਿਕਰ ਕੀਤਾ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਪਰਮੇਸ਼ਵਰ ਜੀਓ, ਅਸੀਂ ਤੇਰੇ ਤੋਂ ਕੁਰਬਾਨ ਜਾਂਦੇ ਹਾਂ, ਤੇਰੀ ਕੁਦਰਤ ਤੋਂ ਵਾਰਨੇ ਜਾਂਦੇ ਹਾਂ। ਔਰ ਜਿਹੜਾ ਜ਼ਿਕਰ ਮੈਂ ਆਪ ਜੀ ਅੱਗੇ ਕਰਨ ਲੱਗਿਆ, ਪਰਮੇਸ਼ਵਰ ਦਾ ਬਣਾਇਆ ਹੋਇਆ ਕੋਈ ਵੀ ਪਦਾਰਥ ਮਾੜਾ ਨਹੀਂ ਹੈ। ਰੱਬ ਜੀ ਵੱਲੋਂ ਬਖਸ਼ਿਸ਼ ਕੀਤਾ ਹੋਇਆ ਸੁਭਾਵ ਜੀਵ ਨੂੰ ਕਿਸੇ ਤਰ੍ਹਾਂ ਦਾ ਦਿੱਤਾ ਹੈ, ਉਹ ਮਾੜਾ ਨਹੀਂ ਹੈ। ਜੇ ਇਉਂ ਕਹਿ ਲਈਏ ਨਾ, ਜਿਹੜੇ ਇਹ ਰੱਬੀ ਗੁਣ ਪਰਮੇਸ਼ਵਰ ਜੀ ਨੇ ਇੱਕ ਮਨੁੱਖ ਦੇ ਅੰਦਰ ਪਾਏ ਨੇ, ਇਹਨਾਂ ਨੂੰ ਰੱਬੀ ਗੁਣ ਆਖਾਂਗੇ ਕਿਉਂਕਿ ਰੱਬ ਵੱਲੋਂ ਬਖਸ਼ਿਸ਼ ਹੈ। ਜਿਨ੍ਹਾਂ ਨੂੰ ਆਪਾਂ ਕਾਮ, ਕ੍ਰੋਧ, ਲੋਭ ਔਰ ਮੋਹ, ਅਹੰਕਾਰ ਕਹਿ ਕੇ ਨਿਵਾਜਿਆ, ਇਹ ਰੱਬੀ ਗੁਣ ਨੇ ਜਿਹੜੇ ਇੱਕ ਮਨੁੱਖ ਅੰਦਰ ਪਰਮੇਸ਼ਵਰ ਨੇ ਪਾਏ ਨੇ, ਜਿਨ੍ਹਾਂ ਦੇ ਸਦਕਾ ਇੱਕ ਮਨੁੱਖ ਆਪਣਾ ਸੰਸਾਰਿਕ ਜੀਵਨ ਜਿਉਂਦਾ ਹੈ। ਜੇ ਇਹ ਨਾ ਹੋਣ ਤੇ ਸੰਸਾਰਿਕ ਜੀਵਨ ਦੀ ਹੋਂਦ ਨਹੀਂ ਹੈ। ਬਸ ਉਹ ਬਾਤ ਵੱਖਰੀ ਹੈ ਕਿ ਇਹ ਦਿੱਤੇ ਤੇ ਰੱਬ ਨੇ ਗੁਣ ਸਨ, ਪਰ ਇਹਨਾਂ ਗੁਣਾਂ ਨੂੰ ਮਨੁੱਖ ਅੱਜ ਦੇ ਸਮੇਂ ਅੰਦਰ ਆਪਣੀ ਮੱਤ ਕਰਕੇ ਇਹਨਾਂ ਨੂੰ ਔਗਣ ਰੂਪ ਦੇ ਕੇ ਬਹਿ ਗਿਆ। ਇਹਨਾਂ ਨੂੰ ਅਸੀਂ ਵਿਕਾਰ ਬਣਾਏ ਮਨੁੱਖ ਨੇ ਆਪਣੀ ਮੱਤ ਨਾਲ। ਰੱਬ ਨੇ ਦਿੱਤਾ ਸੀ ਕਾਮ ਸੰਸਾਰਿਕ ਤੌਰ ਦੇ ਉੱਤੇ ਆਪਣੀ ਵੰਸ਼ ਨੂੰ ਅੱਗੇ ਵਧਾਉਣ ਵਾਸਤੇ, ਇੱਕ ਗੁਣ ਸੀ ਜਿਹਦੇ ਨਾਲ ਸਾਰਾ ਸਮਾਜ ਚੱਲਦਾ ਹੈ। ਕ੍ਰੋਧ ਜਿਹੜਾ ਹੈ ਇਹ ਦਿੱਤਾ ਸੀ ਆਪਣੇ ਆਪੇ ਦੀ ਇੱਜ਼ਤ ਬਚਾਉਣ ਵਾਸਤੇ, ਜਾਂ ਆਪਣੀ ਇੱਜ਼ਤ, ਆਪਣੇ ਪਰਿਵਾਰ ਦੀ ਇੱਜ਼ਤ ਬਚਾਉਣ ਵਾਸਤੇ, ਆਪਣੀ ਰਖਵਾਲੀ ਵਾਸਤੇ ਕਹਿ ਲਓ। ਉਤੋਂ ਬਾਅਦ ਵਿੱਚ ਜਦੋਂ ਲੋਭ ਦੀ ਗੱਲ ਕਰਦੇ ਹਾਂ, ਤੇ ਲੋਭ ਜਦੋਂ ਅਕਾਲ ਪੁਰਖ ਪਰਮੇਸ਼ਵਰ ਨੇ ਸਾਨੂੰ ਦਿੱਤਾ, ਤੇ ਇਹਦੇ ਨਾਲ ਅਸੀਂ ਆਪਣੇ ਪਰਿਵਾਰ ਦੀ ਸੰਭਾਲ ਪਰਵਰਿਸ਼ ਕਰਦੇ ਹਾਂ। ਮੋਹ ਪਰਿਵਾਰ ਦੇ ਨਾਲ ਸਾਨੂੰ ਜੋੜ ਕੇ ਰੱਖਦਾ ਹੈ। ਅਹੰਕਾਰ, ਜਿਹਨੂੰ ਅਸੀਂ ਸਵੈਮਾਨ ਕਹਿ ਸਕਦੇ ਹਾਂ, ਜਿਹੜਾ ਸਾਨੂੰ ਆਪਣੇ ਆਪੇ ਉੱਤੇ ਕੌਨਫੀਡੈਂਸ ਹੈ, ਜਿਹੜਾ ਸਾਨੂੰ ਆਪਣੇ ਆਪ ਉੱਤੇ ਭਰੋਸਾ ਹੈ, ਉਹਦੇ ਕਰਕੇ ਅਸੀਂ ਸਾਰੇ ਕਾਰ ਤੇ ਵਿਹਾਰ ਕਰਦੇ ਹਾਂ। ਇਹ ਸਾਰੀਆਂ ਚੀਜ਼ਾਂ ਰੱਬੀ ਗੁਣ ਸਨ ਵੀ ਅਸੀਂ ਆਪਣੇ ਉੱਤੇ ਭਰੋਸਾ ਰੱਖਦੇ ਹਾਂ, ਕਰਮ ਕਰ ਸਕੀਏ, ਤਾਂ ਕਰਕੇ ਰੱਬ ਜੀ ਨੇ ਸਾਨੂੰ ਅਹੰਕਾਰ, ਇਹ ਤੇ ਵਿਕਾਰ ਰੂਪ ਬਣ ਗਿਆ ਨਾ। ਰੱਬ ਜੀ ਨੇ ਸਾਨੂੰ ਸਵੈਮਾਨ ਦੇ ਕੇ ਨਵਾਜਿਆ। ਅਸੀਂ ਆਪਣੇ ਜੀਵਨ ਅੰਦਰ ਆਪਣੇ ਪਰਿਵਾਰ ਦੀ ਸੰਭਾਲ ਤੇ ਉਹਨਾਂ ਦੇ ਨਾਲ ਚੰਗਾ ਪ੍ਰੇਮ ਬਣਾ ਕੇ ਇੱਕ ਦੂਜੇ ਨਾਲ ਸੰਬੰਧ ਜੁੜਿਆ ਰਹੇ। ਜਿੱਥੇ ਪਰਮੇਸ਼ਵਰ ਨੇ ਸਾਨੂੰ ਪਿਆਰ ਦੇ ਕੇ ਨਵਾਜਿਆ, ਉਹ ਵਿਕਾਰ ਬਣਿਆ, ਅਸੀਂ ਉਹਨੂੰ ਮੋਹ ਬਣਾ ਲਿਆ। ਫਿਰ ਰੱਬ ਜੀ ਨੇ ਸਾਡੇ ਅੰਦਰ ਸੁਭਾਵ ਪਾਇਆ ਆਪਣੇ ਪਰਿਵਾਰ ਦੀ ਪਰਵਰਿਸ਼ ਕਰਨ ਦਾ, ਸੰਭਾਲਣ ਦਾ, ਤੇ ਉਸ ਸੁਭਾਵ ਕਰਕੇ ਅਸੀਂ ਬਾਹਰੀ ਤੌਰ ਦੇ ਉੱਤੇ, ਸੰਸਾਰਿਕ ਤੌਰ ਦੇ ਉੱਤੇ ਧਨ ਕਮਾਉਣ ਵਾਸਤੇ ਗਏ, ਜਾਂ ਕੋਈ ਕਰਮ ਐਸੇ ਕੀਤੇ ਜਿਨ੍ਹਾਂ ਨਾਲ ਘਰ ਦਾ ਗੁਜ਼ਰਾਨ, ਪਰਿਵਾਰ ਦਾ ਗੁਜ਼ਰਾਨ ਚੱਲੇ। ਫਿਰ ਸਾਡੀ ਮੱਤ ਇੰਨੀ ਕੁ ਲੋਭੀ ਹੋ ਗਈ, ਜਾਂ ਮਾਇਆ ਦੇ ਲਾਲਚੀ ਅਸੀਂ ਇੰਨੇ ਕੁ ਹੋ ਗਏ ਵੀ ਉਹ ਵਾਲੇ ਸੁਭਾਵ ਨੂੰ ਵੀ ਅਸੀਂ ਵਿਕਾਰ ਰੂਪ ਬਣਾ ਲਿਆ। ਫਿਰ ਇਸੇ ਤਰ੍ਹਾਂ ਹੀ ਜਿਹੜਾ ਕ੍ਰੋਧ ਹੈ, ਉਹ ਪਰਮੇਸ਼ਵਰ ਨੇ ਸਾਨੂੰ ਵੀਰ ਰਸ ਰੂਪ ਵਿੱਚ ਦਿੱਤਾ ਕਿ ਅਸੀਂ ਆਪਣੇ ਪਰਿਵਾਰਾਂ ਦੀ ਇੱਜ਼ਤ ਤੇ ਗਰੀਬ ਔਰ ਮਜ਼ਲੂਮਾਂ ਦੀ ਰੱਖਿਆ, ਜ਼ੁਲਮ ਦਾ ਅਸੀਂ ਮੁਕਾਬਲਾ ਕਰ ਸਕੀਏ। ਔਰ ਨਾਲ ਜਦੋਂ ਕਾਮ ਦੀ ਬਾਤ ਕੀਤੀ, ਤੇ ਉਦੋਂ ਸਾਡਾ ਸੰਸਾਰਿਕ ਤੌਰ ਉੱਤੇ ਜਿਹੜਾ ਵੰਸ਼ ਹੈ ਉਹਦਾ ਅਸੀਂ ਉਹਦੇ ਵਿੱਚ ਵਾਧਾ ਕਰ ਸਕੀਏ। ਇਸ ਕਰਕੇ ਪਰਮੇਸ਼ਵਰ ਨੇ ਇਹ ਗੁਣ ਸਾਨੂੰ ਦੇ ਕੇ ਨਵਾਜਿਆ। ਪਰ ਇਹਨਾਂ ਦੀ ਮਾਤਰਾ ਜਿਵੇਂ ਜਿਵੇਂ ਇਨਸਾਨ ਨੇ ਆਪਣੇ ਜੀਵਨ ਵਿੱਚ ਵਧਾਈ,
हैवानियत का रूप धारण करता गया, हैवान बन गया। इतना हैवान बनया, इन्नी हैवानियत का धारनी बन गया कि इन्हें ना अपनी इज्जत बारे सोचिया ते ना किसी की इज्जत बारे सोचिया। अपनी इज्जत नाल भी खिलवाड़ कीती और किसी की इज्जत नाल भी खिलवाड़ करन तो गुरेज नहीं कीता। उदों विकारी हो गया। जदों क्रोध विच आया, दिता ते सी परमेश्वर ने गुण कि सज्जणा तू इहदे नाल अपनी अपने परिवार दी इत्थों तक जुल्म का मुकाबला कर सके, पर क्रोध विच इन्ना क वाधा होया, आप ही जुल्मी बन के बह गया, लोकां उत्ते अत्याचार ते जुल्म करन लग। है ते रब्बी गुण सी। देखो जदों किसी भी वस्तु का असीं जिक्र करांगे ना, रब जी वल्लों कोई भी वस्तु जिहड़ी है ना, वो किसी प्रकार साडे नुकसान वास्ते नहीं, हर वस्तु साडे भले वास्ते ही है। वो वखरी गल है कि इंसान ने अपनियां लोड़ां नूं वेखदियां, अपनियां जरूरतां नूं वेखदियां इन्हें रब्बी बनाईयां वस्तुआं नाल खिलवाड़ कीती। ਉਹ ਵਸਤੂਆਂ ਜਿਹੜੀਆਂ ਸਾਡੇ ਲਈ ਲਾਭਦਾਇਕ ਸਨ, ਸਾਡੇ ਲਈ ਚੰਗੀਆਂ ਸਨ, ਉਹੀ ਵਸਤੂਆਂ ਤੇ ਉਹੀ ਪਦਾਰਥ ਅੱਜ ਸਾਡੇ ਲਈ ਨੁਕਸਾਨਦੇਹ ਬਣ ਗਏ। ਜਿਵੇਂ ਕੁਝ ਕੁ ਪੱਖ ਰੱਖਦਾ ਚੱਲਾਂ, ਪਰਮੇਸ਼ਵਰ ਜੀ ਵੱਲੋਂ ਸਾਨੂੰ ਜਲ ਦੇ ਕੇ ਨਿਵਾਜਿਆ, ਪਾਣੀ ਦੇ ਕੇ ਨਿਵਾਜਿਆ। ਇਹ ਪਾਣੀ ਕੀ ਸੀ? ਸਾਡਾ ਜੀਵਨ ਹੈ। ਅਸੀਂ ਧਰਤੀ ਦਾ ਜਦੋਂ ਜ਼ਿਕਰ ਕੀਤਾ ਤੇ 70% ਵਿਗਿਆਨ ਕਹਿੰਦਾ ਵੀ ਪਾਣੀ ਹੈ ਤੇ 30% ਧਰਤੀ ਹੈ। ਜਦੋਂ ਸਾਡੀ ਕਾਇਆ ਦੀ ਗੱਲ ਆਈ, ਸਰੀਰ ਦੀ ਗੱਲ ਆਈ, ਤੇ ਸਰੀਰ ਦੇ ਵਿੱਚ ਵੀ 70% ਪਾਣੀ ਤੇ 30% ਸਾਡੀ ਬੋਡੀ ਅੰਦਰ 70% ਪਾਣੀ ਹੈ। ਪਾਣੀ ਸਾਡਾ ਜੀਵਨ ਹੈ। ਇਸੇ ਕਰਕੇ ਜਦੋਂ ਗੁਰੂ ਨਾਨਕ ਸਾਹਿਬ ਜ਼ਿਕਰ ਕਰਦੇ ਤੇ ਮੱਲ ਕਹਿੰਦੇ ਪਵਨ ਗੁਰੂ ਪਾਣੀ ਪਿਤਾ। ਪਾਣੀ ਸਾਡਾ ਜੀਵਨ ਹੈ। ਮਾਤਰਾ ਘਟ ਜਾਏ ਪਾਣੀ ਦੀ ਤਾਂ ਵੀ ਸਾਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਵੀ ਕਿਤੇ ਮਰ ਨਾ ਜਾਏ, ਤੇ ਜੇ ਵੱਧ ਜਾਏ ਤਾਂ ਵੀ ਹੱਥਾਂ ਪੈਰਾਂ ਦੀ ਪੈ ਜਾਂਦੀ ਵੀ ਇਹ ਨੁਕਸਾਨ ਕਰੇਗਾ। ਪਾਣੀ ਸਾਨੂੰ ਰੱਬ ਜੀ ਨੇ ਜੀਵਨ ਦੇ ਕੇ ਨਿਵਾਜਿਆ ਸੀ, ਪਰ ਇਨਸਾਨ ਦੀ ਲੋਭ ਬਿਰਤੀ ਨੇ, ਲਾਲਚ ਬਿਰਤੀ ਨੇ, ਲਾਲਚੀ ਬਿਰਤੀ ਨੇ ਜਾਂ ਇਨਸਾਨੀ ਜ਼ਰੂਰਤਾਂ ਨੇ ਪਾਣੀ ਨੂੰ ਜਿਹੜਾ ਜੀਵਨ ਸੀ ਉਹਨੂੰ ਜ਼ਹਿਰ ਬਣਾ ਕੇ ਅੱਜ ਦੇ ਟਾਈਮ 'ਚ ਰੱਖ ਲਿਆ। ਜਿਹੜਾ ਪਾਣੀ ਕਦੇ ਜੀਵਨ ਦਿੰਦਾ ਸੀ, ਅੱਜ ਉਹੀ ਪਾਣੀ ਸਾਡੀ ਮੌਤ ਦਾ ਕਾਰਨ ਬਣ ਰਿਹਾ। ਜਿੰਨੇ ਰਸਾਇਣਕ ਪਦਾਰਥ ਸਾਰੇ ਪਾਣੀ 'ਚ ਸੁੱਟੇ ਜਾ ਰਹੇ, ਜਿੰਨੀ ਗੰਦਗੀ ਸਾਰੀ ਪਾਣੀ 'ਚ ਸੁੱਟੀ ਜਾ ਰਹੀ ਹੈ, ਇੱਥੋਂ ਤੱਕ ਅਸੀਂ ਗੁਰੇਜ਼ ਨਹੀਂ ਕਰਦੇ, ਆਪਣੇ ਘਰਾਂ ਦਾ ਕੂੜਾ ਕਰਕਟ ਵੀ ਅਸੀਂ ਪਾਣੀ ਵਿੱਚ ਸੁੱਟੀ ਜਾਂਦੇ ਆ ਵੀ ਇਹਦੇ ਵਿੱਚ ਵੀ ਅਗਾਂਹ ਚਲਾ ਹੀ ਜਾਣਾ। ਉਹੀ ਪਾਣੀ ਜਿਸ ਪਾਣੀ ਉੱਤੇ ਕਦੇ ਪੰਜਾਬ ਦੀ ਧਰਤੀ ਨੂੰ ਮਾਣ ਸੀ ਕਿ ਇਹ ਪੰਜਾਂ ਪਾਣੀਆਂ ਦੀ ਧਰਤੀ ਹੈ, ਇੱਥੋਂ ਦਾ ਪਾਣੀ ਵੀ ਅੰਮ੍ਰਿਤ ਹੈ। ਇੱਥੋਂ ਦਾ ਜੇ ਕੋਈ ਪਾਣੀ ਪੀ ਲਏ ਉਹਦੇ ਜੀਵਨ ਵਿਚਲਾ ਆਨੰਦ ਤੇ ਰਸ ਉਹਦੇ ਜੀਵਨ ਵਿੱਚ ਭਰ ਜਾਂਦਾ ਹੈ। ਪਰ ਅੱਜ ਦੇ ਸਮੇਂ ਵਿੱਚ ਕਹਿਣ ਲੱਗਿਆਂ ਕੋਈ ਗੁਰੇਜ਼ ਨਹੀਂ। ਅੱਜ ਉਹੀ ਪੰਜਾਬ ਜਿਹਨੂੰ ਕਦੇ ਪਾਣੀਆਂ ਦੇ ਨਾਮ ਉੱਤੇ ਪੰਜ ਆਪ ਦਾ ਨਾਮ ਦਿੱਤਾ ਜਾਂਦਾ ਹੈ, ਅੱਜ ਉਹੀ ਪੰਜਾਬ ਦੇ ਅੰਦਰ ਨਿਤਾ ਪ੍ਰਤੀ ਪਾਣੀਆਂ ਦੀ ਥਾਂ ਜ਼ਹਿਰ ਵਗ ਰਿਹਾ ਹੈ ਔਰ ਪੀਣ ਵਾਲਾ ਹਰ ਬੰਦਾ ਰੋਗੀ ਹੈ। ਜੀਵਨ ਕਿੱਥੇ ਗਿਆ? ਹੈ ਤੇ ਰੱਬੀ ਦਾਤ ਸੀ। ਫਿਰ ਇਸੇ ਤਰ੍ਹਾਂ ਸੂਰਜ ਸਾਨੂੰ ਰੱਬੀ ਦਾਤ ਹੈ। ਅੱਜ ਅਸੀਂ ਤਪਸ਼ ਨਾਲ ਕੁਰਲਾ ਰਹੇ, ਗਰਮੀ ਨਾਲ ਕੁਰਲਾਉਨੇ ਆ। ਕਿਉਂ? ਰੱਬ ਜੀ ਨੇ ਹਰ ਚੀਜ਼ ਪੈਰਲਲ ਰੱਖੀ ਸੀ, ਬਰਾਬਰ ਰੱਖੀ। ਬਨਸਪਤੀ ਪੇੜ ਪੌਦੇ ਉਹਨੇ ਬਣਾਏ, ਅਸੀਂ ਵੱਡੇ। ਜੇ ਕਿਤੇ ਵਿਗਿਆਨ ਪੜ੍ਹੀਏ ਤੇ ਵਿਗਿਆਨ ਇਹ ਗੱਲ ਕਹਿੰਦਾ ਹੈ ਕਿ ਵਰਖਾ ਦੇ ਵਾਸਤੇ ਪੇੜ ਪੌਦੇ ਰੁੱਖ ਬਨਸਪਤੀ ਸਹਾਇਕ ਹੈ ਮੀਂਹ ਪਵਾਉਣ ਵਿੱਚ। ਅੱਜ ਕਿਉਂ ਕੁਰਲਾਉਨੇ ਆ? ਛੱਡਿਆ ਹੀ ਕੁਛ ਨਹੀਂ ਅਸੀਂ। ਗਰਮੀ ਕੀ ਕਰੇਗੀ? ਜੇ ਅਸੀਂ ਵਰਖਾ ਲਈ ਕੁਰਲਾ ਰਹੇ ਹਾਂ ਤੇ ਉਹਦੇ ਕੁਰਲਾਉਣ ਦਾ ਕਾਰਨ ਕੀ ਹੈ? ਰੁੱਖ ਅਸੀਂ ਵੱਡ ਵੱਡ ਸੁੱਟੇ ਨੇ, ਕਿਸੇ ਹੋਰ ਤਾਂ ਨਹੀਂ ਸੁੱਟੇ। ਕਿਉਂ?
ਜੀ ਮਨੁੱਖ ਡਿਵੈਲਪਮੈਂਟ ਦੇ ਉੱਤੇ ਚਲਾ ਗਿਆ, ਇੰਨਾ ਕਿ ਇਹਨੇ ਆਪਣਾ ਆਪਾਂ ਡਿਵੈਲਪ ਕਰ ਲਿਆ ਕਿ ਅੱਜ ਹਰ ਪਾਸੇ ਡਿਵੈਲਪਮੈਂਟ ਹੀ ਅਸੀਂ ਵੇਖ ਰਹੇ ਹਾਂ, ਸਾਰਾ ਕੁਝ ਬਦਲ ਗਿਆ। ਇਹਨੇ ਆਪਣੇ ਚੱਲਣ ਵਾਸਤੇ ਰਾਹ ਬਦਲ ਕੇ ਰੱਖ ਲਏ, ਸੜਕਾਂ ਬਣਾਉਂਦਿਆਂ ਬਣਾਉਂਦਿਆਂ ਆਪਣੀ ਜ਼ਿੰਦਗੀ ਨਾਲ ਆਪੇ ਹੀ ਖਿਲਵਾੜ ਕਰਨ ਲੱਗ ਗਿਆ। ਇੱਕ ਸਮਾਂ ਉਹ ਵੀ ਸੀ ਸੜਕਾਂ ਛੋਟੀਆਂ ਸਨ, ਦੁਰਘਟਨਾਵਾਂ ਵੀ ਘੱਟ ਸਨ। ਕਿਉਂ? ਇਨਸਾਨਾਂ ਕੋਲ ਸੁਚੇਤਤਾ ਸੀ, ਸਬਰ ਸੀ, ਇਨਸਾਨਾਂ ਦੇ ਜੀਵਨ ਵਿੱਚ ਧੀਰਜ ਸੀ। ਹੈਰਾਨੀ ਦੀ ਗੱਲ ਹੈ, ਸੜਕਾਂ ਛੋਟੀਆਂ ਸਨ, ਦੁਰਘਟਨਾ ਘੱਟ ਸਨ। ਸੜਕਾਂ ਜਿਵੇਂ ਜਿਵੇਂ ਵੱਡੀਆਂ ਹੁੰਦੀਆਂ ਗਈਆਂ, ਚੌੜੀਆਂ ਹੁੰਦੀਆਂ ਗਈਆਂ, ਦੁਰਘਟਨਾਵਾਂ ਵਧੀਆਂ ਹੀ ਨੇ। ਕੀ ਕਹਿ ਸਕਦੇ ਹਾਂ ਵੀ ਦੁਰਘਟਨਾ ਵਿੱਚ ਘਾਟਾ ਹੋਇਆ ਜਾਂ ਕਮੀ ਆਈ? ਨਹੀਂ। ਕਾਰਨ ਇਨਸਾਨੀ ਜੀਵਨ ਵਿਚਲੀ ਹਫੜਾ ਦਫੜੀ ਨਾ, ਉਹ ਵਧੀ ਹੈ, ਘਟੀ ਨਹੀਂ ਹੈ। ਕਾਰਨ ਇਨਸਾਨ ਦੀ ਲੋਭ ਬਿਰਤੀ, ਲਾਲਚ ਬਿਰਤੀ, ਵੀ ਇੱਧਰ ਦੌੜਿਆ ਜਾਵਾਂ ਫਿਰ ਦੂਜੇ ਪਾਸੇ ਦੌੜ ਜਾਵਾਂਗਾ। ਉਹ ਦੌੜ ਭੱਜ ਦੇ ਅੰਦਰ ਪਤਾ ਹੀ ਨਹੀਂ ਲੱਗਿਆ ਇਨਸਾਨ ਕੀ ਕੁਝ ਕਰ ਲੈਂਦਾ ਹੈ। ਨੁਕਸਾਨ ਕਿਹਦਾ ਕੀਤਾ? ਆਪਣਾ। ਰੱਬ ਨੇ ਤਾਂ ਨਹੀਂ ਕੀਤਾ ਨਾ। ਸਾਹਿਬ ਜੀ ਨੇ ਅੱਜ ਇਸੇ ਤਰ੍ਹਾਂ ਸਾਨੂੰ ਜੋ ਉਪਦੇਸ਼ ਬਖਸ਼ਿਆ ਨਾ, ਮਾਲਕ ਕਹਿੰਦੇ ਜਿਹੜਾ ਜੀਵ ਗੁਰੂ ਨੂੰ ਮਿਲ ਪੈਂਦਾ ਹੈ, ਗੁਰੂ ਦੇ ਗਿਆਨ ਦਾ ਪਾਤਰ ਬਣ ਜਾਂਦਾ ਹੈ, ਗੁਰੂ ਕੇ ਗਿਆਨ ਸਦਕਾ ਉਸ ਮਨੁੱਖ ਨੇ ਅਕਾਲ ਪੁਰਖ ਪਰਮੇਸ਼ਵਰ ਨੂੰ ਮਿਲ ਲਿਆ। ਤੇ ਜਿਹੜਾ ਅਕਾਲ ਪੁਰਖ ਪਰਮੇਸ਼ਵਰ ਨੂੰ ਮਿਲਿਆ, ਸਤਿਗੁਰੂ ਕਹਿੰਦੇ ਉਹਨੇ ਆਪਣੇ ਜੀਵਨ ਵਿਚਲੇ ਪੰਜੇ ਦੂਤ ਜਿਹੜੇ ਅਕਾਲ ਪੁਰਖ, ਹੁਣ ਦੂਤ ਜਿਹੜਾ ਹੈ ਕਦੇ ਸਾਨੂੰ ਲੱਗਦਾ ਵੀ ਦੂਤ ਲਫ਼ਜ਼ ਨੈਗੇਟਿਵਿਟੀ ਵਾਸਤੇ ਹੈ, ਪਰ ਜਦੋਂ ਦੂਤ ਦੇ ਅਖਰੀ ਅਰਥ ਪੜਾਂਗੇ ਨਾ, ਤੇ ਦੂਤ ਜਿਹੜਾ ਹੈ ਉਹਨੂੰ ਕਿਹਾ ਜਾਂਦਾ ਸੀ ਜਿਹੜਾ ਇੱਕ ਪਾਸੇ ਤੋਂ ਚਿੱਠੀ ਲੈ ਕੇ ਤੇ ਦੂਜੇ ਪਾਸੇ ਜਾਂਦਾ ਸੀ। ਰੱਬ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਇਹ ਸਾਨੂੰ ਗੁਣ ਨੇ ਜਿਹੜੇ ਸਾਡੇ ਜੀਵਨ ਨੂੰ ਖੁਸ਼ਹਾਲ ਬਣਾਉਣ ਵਾਸਤੇ ਸਨ। ਇਦੋਂ ਬਿਨਾ ਸਾਡੀ ਜੀਵਨ ਵੀ ਰੰਗ ਤੋਂ, ਸਾਡਾ ਜੀਵਨ ਵੀ ਰੰਗਤ ਤੋਂ ਪਾਸੇ ਹੈ, ਰੰਗਤ ਤੋਂ ਸਖਣਾ ਹੈ। ਇਹੀ ਗੁਣ ਨੇ ਜਿਹੜੇ ਸਾਡੇ ਜੀਵਨ ਅੰਦਰ ਰੰਗਤ ਭਰਦੇ। ਪਰ ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਆਪਣੀ ਮੱਤ ਸਦਕਾ, ਆਪਣੀ ਮੱਤ ਦੇ ਉੱਤੇ ਗੁਰੂ ਕੇ ਗਿਆਨ ਤੋਂ ਸਖਣਿਆ ਹੋਣ ਕਰਕੇ ਇਹਨਾਂ ਵਿੱਚ ਵਾਧਾ ਇੰਨਾ ਕੁ ਕੀਤਾ ਕਿ ਅਸੀਂ ਰੰਗਤ ਨਹੀਂ ਭਰੀ। ਰੰਗਤ ਭਰਨ ਦੀ ਬਜਾਏ ਅਸੀਂ ਆਪਣੀਆਂ ਜ਼ਿੰਦਗੀਆਂ ਬੇਰੰਗ ਕਰਕੇ ਬਹਿ ਗਏ। ਖਿਆਲ ਰੱਖਿਓ, ਰੰਗ ਵੀ ਕਿਤੇ ਚੰਗੇ ਢੰਗ ਨਾਲ ਕੀਤਾ ਹੋਵੇ ਤੇ ਸੋਹਣਾ ਲੱਗਦਾ ਹੈ, ਰੰਗ ਵੀ ਸੋਹਣੇ ਤਰੀਕੇ ਨਾਲ ਬਣਾਇਆ ਹੋਵੇ, ਕੀਤਾ ਹੋਵੇ ਤੇ ਚੰਗਾ ਲੱਗਦਾ ਹੈ। ਜੇ ਉਹੀ ਬੇਢੰਗਾ ਰੰਗ ਖਿਲਾਰਿਆ ਹੋਵੇ ਨਾ, ਤੇ ਉਹ ਰੰਗ ਚੰਗਾ ਲੱਗਣ ਦੀ ਬਜਾਏ ਅੱਖਾਂ ਨੂੰ ਭੱਦਾ ਲੱਗਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਇਹਨਾਂ ਨੇ ਰੰਗ ਭਰਨਾ ਸੀ, ਇਹ ਸਾਰੇ ਦੇ ਸਾਰੇ ਗੁਣਾਂ ਨੇ, ਪਰ ਅਸੀਂ ਰੰਗ ਇੰਨਾ ਕੁ ਭਰ ਲਿਆ, ਬੇਢੰਗਾ ਕਰ ਲਿਆ ਵੀ ਉਹਨੇ ਸਾਡੇ ਜੀਵਨਾਂ ਨੂੰ ਬੇਰੰਗ ਕਰਕੇ ਰੱਖ ਦਿੱਤਾ। ਅਸੀਂ ਇਹਨਾਂ ਰੰਗਤਾਂ ਕਰਕੇ ਹੀ ਰੱਬੀ ਦਿੱਤੇ ਇਹਨਾਂ ਗੁਣਾਂ ਨੂੰ ਆਪਣੇ ਜੀਵਨ ਅੰਦਰ ਵਿਕਾਰ ਇੰਨੇ ਕੁ ਬਣਾ ਲਿਆ, ਵਾਧਾ ਇੰਨਾ ਕੁ ਕਰ ਲਿਆ ਕਿ ਅੱਜ ਇਨਸਾਨੀ ਜੀਵਨ ਜਿਹੜਾ ਹੈ ਉਹ ਦੇਵਤਾ ਨਹੀਂ, ਇਨਸਾਨੀ ਜੀਵਨ ਇਨਸਾਨ ਨਹੀਂ ਰਿਹਾ, ਉਹ ਸਗੋਂ ਇੱਕ ਰਾਖਸ਼ ਰੂਪ ਬਣ ਕੇ ਰਹਿ ਗਿਆ, ਕਿਉਂਕਿ ਉਹ ਇਹਨਾਂ ਵਿਕਾਰਾਂ ਦੇ ਅਧੀਨ ਹੋ ਗਿਆ। ਮਾਲਕ ਜੀ ਨੇ ਆਖਿਆ ਜਿਹੜੇ ਇਹਨਾਂ ਤੋਂ ਬਚ ਗਏ, ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦਾ ਹਾਂ। ਤਿਨ ਕੀ ਸ਼ਰਨ ਪਰਿਆ ਮਨ ਮੇਰਾ, ਮਾਣ ਤਾਣ ਤਜ ਮੋਹ ਅੰਧੇਰਾ, ਨਾਮ ਦਾਨ ਦੀਜੈ ਨਾਨਕ ਕੋ, ਤਿਸ ਪ੍ਰਭ ਅਗੰਮ ਅਗਾਧੇ ਜਿਉ। ਤਿਨ ਕੀ ਸ਼ਰਨ ਪਰਿਆ ਮਨ ਮੇਰਾ, ਉਹਨਾਂ ਦੀ ਸ਼ਰਨ ਵਿੱਚ ਕਹਿੰਦੇ ਮੇਰਾ ਮਨ ਹੈ। ਮਾਣ ਤਾਣ ਤਜ ਮੋਹ ਅੰਧੇਰਾ। ਹੁਣ ਇਹਦੇ ਅਰਥ ਅਸੀਂ ਦੋ ਤਰੀਕੇ ਨਾਲ ਜੇ ਸਮਝੀਏ, ਜਿਨ੍ਹਾਂ ਨੇ ਆਪਣਾ ਮਾਣ ਤਾਣ ਤੇ ਅਗਿਆਨਤਾ ਦਾ ਹਨੇਰਾ ਤੇ ਆਪਣਾ ਮੋਹ ਛੱਡ ਦਿੱਤਾ, ਉਹਨਾਂ ਦੇ ਚਰਨਾਂ ਵਿੱਚ ਮੇਰਾ ਮਨ ਹੈ। ਦੂਜੇ ਤਰੀਕੇ,
ਮੈਂ ਆਪਣੇ ਜੀਵਨ ਵਿੱਚੋਂ ਮਾਣ, ਆਪਣੇ ਜੀਵਨ ਵਿੱਚੋਂ ਤਾਣ, ਆਪਣੀ ਜ਼ਿੰਦਗੀ ਵਿੱਚੋਂ ਮੋਹ ਤੇ ਅਗਿਆਨਤਾ ਦਾ ਹਨੇਰਾ ਛੱਡ ਕੇ ਆਪਣਾ ਮਨ ਉਹਨਾਂ ਅੱਗੇ ਅਰਪਣ ਕਰ ਦਿੱਤਾ ਹੈ, ਉਹਨਾਂ ਦੇ ਚਰਨਾਂ ਵਿੱਚ ਰੱਖ ਦਿੱਤਾ। ਆਪਣਾ ਮਾਣ ਛੱਡਿਆ, ਆਪਣਾ ਤਾਣ ਛੱਡਿਆ, ਆਪਣੇ ਜੀਵਨ ਵਿੱਚੋਂ ਮੋਹ ਤਿਆਗਿਆ, ਅਗਿਆਨਤਾ ਦਾ ਹਨੇਰਾ ਛੱਡ ਕੇ ਅਗਿਆਨਤਾ ਦੇ ਹਨੇਰੇ ਤੋਂ ਛੁਟਕਾਰਾ ਮਿਲਿਆ। ਉਸ ਅਗਿਆਨਤਾ ਦੇ ਹਨੇਰੇ ਤੋਂ ਛੁਟਕਾਰਾ ਮਿਲਣ ਕਰਕੇ ਮੈਂ ਆਪਣਾ ਮਨ ਗੁਰੂ ਕੇ ਪਿਆਰਿਆਂ ਅੱਗੇ ਅਰਪਿਤ ਕਰਤਾ। ਦੂਜਾ ਪੱਖ ਜਿਵੇਂ ਪਹਿਲੋਂ ਜ਼ਿਕਰ ਕੀਤਾ ਵੀ ਜਿਨ੍ਹਾਂ ਨੇ ਆਪਣਾ ਮਾਣ ਤਾਣ ਛੱਡਿਆ, ਮੈਂ ਆਪਣਾ ਮਨ ਉਹਨਾਂ ਦੇ ਚਰਨਾਂ 'ਚ ਰੱਖਿਆ। ਦੋਵੇਂ ਪੱਖ ਹੀ। ਫਿਰ ਕਹਿੰਦੇ ਨਾਮ ਦਾਨ ਦੀਜੈ ਨਾਨਕ ਕਹੋ, ਹੇ ਪਰਮੇਸ਼ਵਰ ਜੀਓ ਆਪ ਜੀ ਰਹਿਮਤ ਕਰੋ, ਨਾਨਕ ਜੀ ਕੀ ਝੋਲੀ ਵਿੱਚ ਵੀ ਆਪਣੇ ਨਾਮ ਦੀ ਦਾਤ ਪਾਓ, ਆਪਣੇ ਨਾਮ ਦਾ ਦਾਨ ਪਾਓ। ਤਿਸ ਪ੍ਰਭ ਅਗੰਮ ਅਗਾਧੇ ਜੀਓ, ਹੇ ਪ੍ਰਭੂ ਅਗੰਮ ਮਾਲਕ ਜੀਓ, ਜਾਂ ਇਉਂ ਕਹਿ ਲੋ ਗੁਰੂ ਅੱਗੇ ਅਰਜ਼ੋਈ ਕੀਤੀ ਕਿ ਹੇ ਪਿਆਰਿਓ, ਜਾਂ ਉਹਨਾਂ ਗੁਰਸਿੱਖਾਂ ਅੱਗੇ ਅਰਜ਼ੋਈ ਕੀਤੀ ਕਿ ਮੈਂ ਆਪਣਾ ਮਨ ਤੁਹਾਡੇ ਅੱਗੇ ਅਰਪਿਤ ਕੀਤਾ ਹੈ, ਮੈਂ ਆਪਣਾ ਮਾਣ ਆਪਣਾ ਤਾਣ ਸਭ ਕੁਝ ਤਿਆਗਿਆ ਹੈ, ਹੁਣ ਕਿਰਪਾ ਕਰੋ ਮੇਰੀ ਝੋਲੀ ਵਿੱਚ ਵੀ ਆਪਣੇ ਪਰਮੇਸ਼ਵਰ ਜੀ ਜਿਹਦੀ ਆਰਾਧਨਾ ਤੁਸੀਂ ਕਰਦੇ ਹੋ ਉਸੇ ਦਾ ਨਾਮਦਾਨ ਮੇਰੀ ਝੋਲੀ ਵਿੱਚ ਪਾਓ। ਉਹ ਪਰਮੇਸ਼ਵਰ ਜਿਹੜਾ ਅਗੰਮ ਹੈ, ਜਿਹੜਾ ਅਗਾਧ ਹੈ, ਜਿਹਦਾ ਕਿਸੇ ਵੀ ਪ੍ਰਕਾਰ ਕੋਈ ਥਾਂ ਪਾਰਾਵਾਰ ਨਹੀਂ, ਉਸ ਪਰਮੇਸ਼ਵਰ ਦਾ ਨਾਮ ਮੇਰੀ ਝੋਲੀ ਵਿੱਚ ਵੀ ਪਾਉਣਾ ਕਰੋ। ਜਿਨ੍ਹਾਂ ਨੂੰ ਆਪਾਂ ਸਾਹਿਬ ਜੀ ਕੀ ਪਾਵਨ ਬਾਣੀ ਅੰਦਰ ਪੜ੍ਹਦੇ ਆ, ਮਾਲਕ ਪਾਤਸ਼ਾਹ ਜੀ ਆਖਦੇ, ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਜਿਹੜੇ ਗੁਰਸਿੱਖ, ਜਿਹੜੇ ਪਿਆਰੇ ਜੀਵ ਆਪਣੀ ਜ਼ਿੰਦਗੀ ਵਿੱਚ, ਆਪਣੇ ਜੀਵਨ ਵਿੱਚ ਤੇ ਪਰਮੇਸ਼ਵਰ ਦੀ ਆਰਾਧਨਾ ਕਰਦੇ ਨੇ, ਪਰ ਜਿੱਥੇ ਉਹ ਆਪ ਆਰਾਧਦੇ ਨੇ ਉੱਥੇ ਦੂਸਰਿਆਂ ਨੂੰ ਵੀ ਰੱਬੀ ਚਿੰਤਨ ਦੇ ਵਿੱਚ, ਰੱਬੀ ਨਾਮ ਵਿੱਚ ਜੋੜਦੇ ਨੇ। ਜਿਹਨੂੰ ਆਪਾਂ ਸਤਿਗੁਰੂ ਜੀ ਕੇ ਪਾਵਨ ਬਚਨਾਂ ਵਿੱਚ, ਗੁਰੂ ਰਾਮਦਾਸ ਸਾਹਿਬ ਜੀ ਕੇ ਪਾਵਨ ਬੋਲਾਂ ਵਿੱਚ ਪੜ੍ਹਿਆ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਜਿਹੜੇ ਆਪ ਜਪਦੇ ਨੇ ਤੇ ਹੋਰਨਾਂ ਨੂੰ ਜਪਾਉਂਦੇ ਨੇ। ਤੇ ਮਾਲਕ ਜੀ ਕਹਿੰਦੇ, ਹੇ ਗੁਰਸਿੱਖ ਵੀਰੋ, ਹੇ ਪਿਆਰੇ ਗੁਰਮੁਖ ਜਨੋ, ਹੇ ਸੰਤ ਜਨੋ, ਤੁਸੀਂ ਅਕਾਲ ਪੁਰਖ ਪਰਮੇਸ਼ਵਰ ਜੀ ਨਾਲ ਆਪਣੀ ਸਾਂਝ ਬਣਾਈ ਹੈ, ਉਹਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕੀਤਾ ਹੈ, ਉਹਦੀ ਬਖਸ਼ਿਸ਼ ਦੇ ਤੁਸੀਂ ਪਾਤਰ ਬਣੇ ਹੋ, ਤੇ ਕਿਰਪਾ ਕਰੋ ਮੈਂ ਆਪ ਜੀ ਦਾ ਸੇਵਕ ਆਪ ਜੀ ਅੱਗੇ ਖੜੋਤਾ ਹਾਂ, ਤੇ ਆਪ ਜੀ ਦਾ ਸੇਵਕ ਆਪ ਜੀ ਦੇ ਸਨਮੁਖ ਖੜੋ ਕੇ ਤੁਹਾਡੇ ਕੋਲੋਂ ਮੈਂ ਨਾਮ ਦੀ ਦਾਤ ਮੰਗਦਾ ਹਾਂ, ਉਸ ਪਰਮੇਸ਼ਵਰ ਦੀ ਬੰਦਗੀ ਮੰਗਦਾ ਹਾਂ ਜਿਹਦੀ ਬੰਦਗੀ ਤੁਸੀਂ ਆਪ ਨਿਤਾ ਪ੍ਰਤੀ ਕਰਦੇ ਹੋ। ਇਸ ਤਰੀਕੇ ਅੱਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰਮੁਖ ਜਨਾਂ ਦੀ ਵਡਿਆਈ ਕਰਦਿਆਂ, ਰੱਬੀ ਪਿਆਰਿਆਂ ਦੀ, ਜਦੋਂ ਆਪਾਂ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਬਚਨ ਪੜ੍ਹਦੇ ਹਾਂ, ਮਾਲਕ ਜੀ ਨੇ ਇੱਕ ਜ਼ਿਕਰ ਕੀਤਾ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਣ ਕਾ ਇਹ ਸੁਭਾਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਉਸ ਪਿਆਰੇ ਦੇ ਚਰਨਾਂ ਵਿੱਚ, ਉਸ ਸੇਵਕ ਦੇ ਚਰਨਾਂ ਵਿੱਚ ਨਿਤਾ ਪ੍ਰਤੀ ਨਮਸਕਾਰ ਹੈ, ਜਿਹੜਾ ਅਕਾਲ ਪੁਰਖ ਪਰਮੇਸ਼ਵਰ ਨਾਲ ਆਪਣੀ ਸਾਂਝ ਬਣਾ ਲੈਂਦਾ ਹੈ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅੱਜ ਉਹਨਾਂ ਗੁਰਸਿੱਖਾਂ ਦੀ ਹੀ ਵਡਿਆਈ ਕੀਤੀ, ਜਿਨ੍ਹਾਂ ਗੁਰਸਿੱਖਾਂ ਨੇ ਆਪਣੇ ਜੀਵਨ ਦੇ ਅੰਦਰ ਅਕਾਲ ਪੁਰਖ ਪਰਮੇਸ਼ਵਰ ਜੀ ਕੇ ਗੁਣਾਂ ਨੂੰ ਧਾਰਨ ਕਰਦਿਆਂ ਉਹਦੇ ਨਾਲ ਆਪਣਾ ਪ੍ਰੀਤ, ਆਪਣਾ ਪ੍ਰੇਮ ਬਣਾਇਆ। ਸਤਿਗੁਰੂ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਸੇਵਾ ਵਿੱਚ ਹਾਜ਼ਰ ਹਾਂ। ਜਿਨ੍ਹਾਂ ਨੇ ਪਰਮੇਸ਼ਵਰ ਨਾਲ ਆਪਣੀ ਸਾਂਝ ਬਣਾਈ ਉਹਨਾਂ ਤੋਂ ਮੈਂ ਕੁਰਬਾਨ ਜਾਣਾ, ਜਿਨ੍ਹਾਂ ਨੇ ਪਰਮੇਸ਼ਵਰ ਨਾਲ ਆਪਾ ਜੋੜ ਲਿਆ ਉਹਨਾਂ ਤੋਂ ਮੈਂ ਵਾਰਨੇ ਜਾਣਾ। ਇੱਥੋਂ ਤੱਕ ਆਪਣਾ ਮਨ ਤਨ ਸਭ ਕੁਝ ਮੈਂ ਉਹਨਾਂ ਅੱਗੇ ਸਮਰਪਿਤ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਆਪਾ ਪਰਮੇਸ਼ਵਰ ਜੀ ਨਾਲ ਜੋੜਿਆ ਹੈ। ਸਤਿਗੁਰੂ ਜੀ ਨੇ ਫਿਰ ਜ਼ਿਕਰ ਕੀਤਾ, ਉਹ ਵੱਡਿਆਂ ਭਾਗਾਂ ਵਾਲੇ ਬਣ ਜਾਂਦੇ ਨੇ।
ਜਿਨ੍ਹਾਂ ਪਰਮੇਸ਼ਵਰ ਨਾਲ ਆਪਣੀ ਸਾਂਝ ਬਣਾਈ। ਇਸੇ ਕਰਕੇ ਨਾ ਜਦੋਂ ਆਪਾਂ ਸੁਖਮਨੀ ਸਾਹਿਬ ਜੀ ਕੀ ਪਾਵਨ ਬਾਣੀ ਪੜ੍ਹਦੇ ਹਾਂ ਤੇ ਮਾਲਕ ਪਾਤਸ਼ਾਹ ਜੀ ਪਾਵਨ ਬੋਲਾਂ ਦੇ ਰਾਹੀਂ ਸਾਨੂੰ ਸਮਝਾਉਂਦੇ ਨੇ ਕਿ ਜੇ ਕਿਤੇ ਅਕਾਲ ਪੁਰਖ ਪਰਮੇਸ਼ਵਰ ਜੀ ਨਾਲ ਜੁੜੇ ਹੋਏ ਦੀ ਸੰਗਤ ਵਿੱਚ ਜਾਂ ਗੁਰੂ ਦੇ ਸੰਗ ਵਿੱਚ ਆ ਕੇ ਕੋਈ ਨਿੰਦਕ ਵੀ ਬਹਿ ਜਾਏ ਨਾ ਤੇ ਉਹਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਜਿਹੜੇ ਬੋਲ ਆਪ ਜੀ ਦੀਆਂ ਰਚਨਾਵਾਂ ਤੇ ਰਹਿੰਦੇ, ਸੰਤ ਸੰਗ ਨਿੰਦਕ ਵੀ ਤਰੇ। ਜੇ ਕਿਤੇ ਸਾਨੂੰ ਗੁਰੂ ਕੀ ਸ਼ਰਨ ਵਿੱਚ ਆਉਣ ਦੀ ਜਾਚ ਆ ਜਾਏ, ਵੇਖੋ ਬਖਸ਼ਿਸ਼ ਗੁਰੂ ਨੇ ਵਰਤਾਉਣੀ, ਰਹਿਮਤ ਗੁਰੂ ਨੇ ਕਰਨੀ ਹੈ, ਪਰ ਪਾਤਰ ਅਸੀਂ ਬਣਨਾ। ਉਦੋਂ ਬਣਾਂਗੇ ਜਦੋਂ ਆਪਣਾ ਆਪਾਂ ਤਿਆਰ ਕਰਾਂਗੇ। ਰਹਿਮਤ ਉਸੇ ਨੇ, ਜਿਵੇਂ ਆਪਾਂ ਕਹਿ ਲਈਏ ਵੀ ਵਸਤੂ ਭਾਵੇਂ ਅਸੀਂ ਦੁਕਾਨ ਤੋਂ ਲੈ ਕੇ ਆਉਣੀ ਹੈ, ਪਰ ਲੈਣ ਤੇ ਸਾਨੂੰ ਹੀ ਜਾਣਾ ਪੈਂਦਾ ਨਾ। ਬਿਨਾਂ ਲੈਣ ਗਿਆ ਵਸਤੂ ਨਹੀਂ ਮਿਲਦੀ। ਤੇ ਜੇ ਅਸੀਂ ਬਖਸ਼ਿਸ਼ ਲੈਣ ਵਾਸਤੇ ਤਿਆਰ ਹੋਵਾਂਗੇ ਤੇ ਬਖਸ਼ਿਸ਼ ਮਿਲੇਗੀ ਨਾ। ਜੇ ਅਸੀਂ ਆਪਣਾ ਆਪਾਂ ਤਿਆਰ ਹੀ ਨਾ ਕਰ ਸਕੇ ਤੇ ਰਹਿਮਤ ਕਿਵੇਂ ਮਿਲੇਗੀ? ਨਿਤਾ ਪ੍ਰਤੀ ਹੱਥ ਜੋੜ ਇਹ ਆਖਦੇ ਰਹਿਣਾ ਕਿ ਰੱਬ ਜੀਓ, ਸਤਿਗੁਰੂ ਜੀਓ, ਬਖਸ਼ਿਸ਼ ਕਰੋ, ਰਹਿਮਤ ਕਰੋ। ਇਹ ਕਾਫੀ ਨਹੀਂ ਹੈ। ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਰਹਿਮਤ ਵਾਸਤੇ ਤਿਆਰ ਕਰ ਨਹੀਂ ਲੈਂਦੇ, ਉਹਨਾਂ ਚਿਰ ਬਖਸ਼ਿਸ਼ ਮਿਲੇਗੀ ਕਿਵੇਂ? ਆਪਣੀ ਜ਼ੁਬਾਨ ਤੋਂ ਕਹਿ ਦੇਣਾ ਜੀ ਮੈਂ ਬਖਸ਼ਿਸ਼ ਲੈਣ ਆਇਆ ਜਾਂ ਮੈਂ ਆਹ ਪਦਾਰਥ ਲੈਣ ਆਇਆ। ਜਿਵੇਂ ਆਪਾਂ ਇੱਕ ਮਾਲਕ ਜੀ ਕਾ ਪਾਵਨ ਬਚਨ ਪੜ੍ਹਦੇ ਹਾਂ, ਜਿੱਥੇ ਸਤਿਗੁਰੂ ਜੀ ਜ਼ਿਕਰ ਕਰਦੇ ਆ, ਆਖਦੇ ਭਾਂਡਾ ਧੋਏ ਬੈ ਸਤੂਪ ਦੇਵੋ ਤਉ ਦੁੱਧੈ ਕੋ ਜਾਵੋ। ਇੱਕ ਦੋਧੀ ਆਇਆ, ਮੈਂ ਉਹਨੂੰ ਕਿਹਾ ਸੱਜਣਾ ਮੈਂ ਤੇਰੇ ਕੋਲੋਂ ਦੁੱਧ ਲੈਣਾ ਚਾਹੁੰਦਾ। ਉਹ ਆਖੇਗਾ ਵੀ ਲਿਆ ਭਾਂਡਾ ਲੈ ਕੇ ਆ, ਕਾਹਦੇ ਵਿੱਚ ਪਾਵਾਂ? ਫਿਰ ਬਰਤਨ ਲੈ ਕੇ ਹੀ ਜਾਵਾਂਗੇ ਨਾ, ਤਾਂ ਹੀ ਤਾਂ ਦੁੱਧ। ਹੁਣ ਰੋਜ਼ ਉਹਨੂੰ ਆਪਣੇ ਘਰ ਦੇ ਬਾਹਰ ਆਏ ਨੂੰ ਆਖੀ ਜਾਈਏ ਮੈਨੂੰ ਵੀ ਦੁੱਧ ਦੇ ਜਾ ਭਾਈ, ਮੈਂ ਵੀ ਤੇਰੇ ਕੋਲੋਂ ਦੁੱਧ ਲੈਣਾ ਚਾਹੁੰਦਾ। ਉਹ ਆਖੇ ਵੀ ਸੱਜਣਾ ਭਾਂਡਾ ਲੈ ਕੇ ਆ, ਤੇ ਮੈਂ ਆਖਾਂ ਵੀ ਭਾਂਡਾ ਨਹੀਂ ਮੈਂ ਲੈ ਕੇ ਆਉਂਦਾ, ਤੂੰ ਉਦਾਂ ਹੀ ਦੁੱਧ ਦੇ। ਉਹ ਕਿਵੇਂ ਦੇ ਕੇ ਜਾਏਗਾ? ਬਸ ਉਹੀ ਹਾਲਾਤ ਹੈ ਵੀ ਅਸੀਂ ਗੁਰੂ ਦਰ ਤੇ ਖੜੇ ਆ, ਗੁਰੂ ਨੂੰ ਰੋਜ਼ ਕਹਿੰਦੇ ਆਪਣੀ ਰਹਿਮਤ ਵਰਤਾਓ, ਆਪਣੀ ਬਖਸ਼ਿਸ਼ ਕਰੋ। ਤੇ ਸਤਿਗੁਰੂ ਸਾਨੂੰ ਅੱਗੋਂ ਇਉਂ ਕਹਿੰਦੇ ਹੀ ਨੇ ਨਾ ਵੀ ਆਪਣਾ ਮਨ ਰੂਪੀ ਭਾਂਡਾ ਤਿਆਰ ਕਰ, ਤੇ ਉਹਦੇ ਤੋਂ ਅਸੀਂ ਸਖਣੇ ਆ। ਉਹ ਅਸੀਂ ਤਿਆਰ ਨਹੀਂ ਕੀਤਾ। ਰੋਜ਼ ਗੁਰੂ ਨੂੰ ਆ ਕੇ ਕਹਿ ਦਿੰਨੇ ਆ ਸਾਡੇ ਤੇ ਵੀ ਰਹਿਮਤ ਕਰੋ, ਸਾਡੇ ਤੇ ਵੀ ਬਖਸ਼ਿਸ਼ ਕਰੋ। ਜੇ ਬਖਸ਼ਿਸ਼ ਚਾਹੀਦੀ ਹੈ, ਰਹਿਮਤ ਚਾਹੀਦੀ ਹੈ, ਫਿਰ ਆਪਣੇ ਮਨ ਰੂਪੀ ਪਾਤਰਾਂ ਨੂੰ ਤਿਆਰ ਕਰਨਾ ਪਏਗਾ। ਭਾਂਡੇ ਤਿਆਰ ਕਰਨੇ ਪੈਣਗੇ, ਆਪਣੇ ਆਪ ਨੂੰ ਪਾਤਰ ਬਣਾਉਣਾ ਪਏਗਾ। ਫਿਰ ਕਿਤੇ ਜਾ ਕੇ ਅਸੀਂ ਸਤਿਗੁਰੂ ਜੀ ਕੀ ਬਖਸ਼ਿਸ਼ ਦੇ ਪਾਤਰ ਬਣਾਂਗੇ। ਆਹੀ ਇੱਕ ਤਰੀਕਾ ਜੇ ਉਸ ਮਾਲਕ ਦੇ ਕੋਲੋਂ ਰਹਿਮਤ ਹਾਸਲ ਕਰਨ ਦਾ, ਕਿ ਉਸ ਪ੍ਰਭੂ ਜੀ ਅੱਗੇ ਆਪਣਾ ਆਪਾ ਨਿਵਾ ਕੇ ਉਹਦੇ ਕੋਲੋਂ ਉਹਦੀ ਬਖਸ਼ਿਸ਼ ਮੰਗਦੇ ਰਹੀਏ ਤੇ ਉਹਦੀ ਰਹਿਮਤ ਨੂੰ ਮੰਗਦਿਆਂ ਹੋਇਆਂ ਅਸੀਂ ਇਉਂ ਆਖਦੇ ਰਹੀਏ ਕਿ ਅਕਾਲ ਪੁਰਖ ਜੀਓ ਕਿਰਪਾ ਕਰੋ, ਸਾਨੂੰ ਵੀ ਆਪਣੇ ਦਰ ਉੱਤੇ ਆਇਆਂ ਨੂੰ ਆਪਣੇ ਦਰ ਘਰ ਦੀ ਪ੍ਰੀਤ ਤੇ ਪਿਆਰ ਬਖਸ਼ਿਸ਼ ਕਰੋ। ਸਾਡੀ ਝੋਲੀ ਵਿੱਚ ਵੀ ਆਪਣੇ ਨਾਮ ਦੀ ਦਾਤ ਪਾਓ, ਆਪਣੀ ਭਗਤੀ ਦੀ ਦਾਤ ਪਾਓ, ਤਾਂ ਜੋ ਤੁਹਾਡੇ ਨਾਲ ਜੁੜ ਕੇ ਅਸੀਂ ਵੀ ਆਪਣੇ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਈਏ ਤੇ ਮਾਲਕ ਅੱਗੇ ਨਿਤਾ ਪ੍ਰਤੀ ਅਰਜ਼ੋਈ ਕਰਦੇ ਰਿਹਾ ਕਰੀਏ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਪਰਿਆ ਤਉ ਸ਼ਰਨਾਏ, ਪਰਿਆ ਤਉ ਸ਼ਰਨਾਏ,
ਪਰਿਆ ਤੋ ਸ਼ਰਨਾਏ, ਪਰਿਆ ਤੋ ਸ਼ਰਨਾਏ। ਨਾਨਕ